ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। 2 ਦਸੰਬਰ ਹੈ ਤੇ ਆਪਾਂ ਰੈਡੀ ਹਾਂ ਆਪਣੇ ਕਰੰਟ ਅਫੇਅਰਸ ਸੈਸ਼ਨ ਦੇ ਨਾਲ। ਕਰੰਟ ਅਫੇਅਰਸ ਸੈਸ਼ਨ ਜੋ ਕਿ ਇੰਪੋਰਟੈਂਟ ਹੋਏਗਾ ਡਿਫਰੈਂਟ ਐਗਜ਼ਾਮਸ, ਪੰਜਾਬ ਪਟਵਾਰੀ, PPSC, PCS, SSC, CGL, CHSL और डिफरेंट बैंकिंग एग्जाम्स। ਆਪਾਂ ਸਟਾਰਟ ਕਰਾਂਗੇ ਅੱਜ ਦਾ ਸੈਸ਼ਨ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰ ਦਿਓ, ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, WhatsApp, Telegram, Facebook, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। IBPS, RRB, JEE पंजाब, पंजाब पुलिस, SI और पटवारी ਦੇ ਲਈ ਬੈਚਿਸ ਲਾਂਚ ਕੀਤੇ ਜਾ ਚੁੱਕੇ ਨੇ। ਅਗਰ ਤੁਸੀਂ ਚਾਹੋ ਤਾਂ ਉਹਨਾਂ ਦੇ ਵਿੱਚ ਇਨਰੋਲ ਕਰਵਾ ਸਕਦੇ ਹੋ। ਇਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ। ਹੋਰ ਵੀ ਕਿਸੇ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਨੂੰ ਅਗਰ ਤੁਸੀਂ ਅਵੇਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਪਾਂ ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਕੱਲ੍ਹ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ, ਉਹਨਾਂ ਦੀ ਰਿਵੀਜ਼ਨ ਕਰਾਂਗੇ। ਉਸ ਤੋਂ ਬਾਅਦ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਹੀ ਡਿਸਕਸ ਕਰਾਂਗੇ, ਪਲੱਸ ਬਾਕੀ ਆਪਸ਼ਨਸ ਦੇ ਰਿਲੇਟਡ ਓਲਡ ਨਿਊਜ਼ ਨੂੰ ਡਿਸਕਸ ਕਰਦੇ ਚੱਲਾਂਗੇ, ਰਿਵੀਜ਼ਨ ਕਰਦੇ ਚੱਲਾਂਗੇ, ਪਲੱਸ ਸਟੈਟਿਕ ਫਾਰਮ ਵੀ ਡਿਸਕਸ ਕਰਦੇ ਚੱਲਾਂਗੇ। ਸਭ ਤੋਂ ਪਹਿਲੇ 29 ਨਵੰਬਰ ਨੂੰ ਇੰਟਰਨੈਸ਼ਨਲ ਡੇ ਆਫ ਸੋਲੀਡੈਰਿਟੀ ਵਿਦ ਪੈਲੇਸਟੀਨ ਪੀਪਲ, ਇੰਟਰਨੈਸ਼ਨਲ ਡੇ ਆਫ ਸੋਲੀਡੈਰਿਟੀ ਵਿਦ ਪੈਲੇਸਟੀਨ ਪੀਪਲ ਅਬਜ਼ਰਵ ਕੀਤਾ ਗਿਆ 29 ਨਵੰਬਰ ਨੂੰ। 30 ਨਵੰਬਰ ਨੂੰ ਡੇ ਆਫ ਰਿਮੈਂਬਰੈਂਸ for all victims of chemical warfare, day of remembrance for all victims of chemical warfare 30 ਨਵੰਬਰ ਨੂੰ observe ਕੀਤਾ ਗਿਆ। next ਹੈ 2020 ਬਹਿਰੇਨ ਗ੍ਰੈਂਡ ਪ੍ਰਿਕਸ ਟਾਈਟਲ। 2020 ਬਹਿਰੇਨ ਗ੍ਰੈਂਡ ਪ੍ਰਿਕਸ ਟਾਈਟਲ ਕਿਹਨਾਂ ਨੇ ਜਿੱਤ ਲਿਆ? ਲੂਇਸ ਹੈਮਿਲਟਨ ਨੇ। ਲੂਇਸ ਹੈਮਿਲਟਨ ਜੋ ਕਿ ਬ੍ਰਿਟੇਨ ਤੋਂ ਬਿਲੋਂਗ ਕਰਦੇ ਨੇ, ਮਰਸੀਡੀਜ਼ ਦੇ ਲਈ ਡਰਾਈਵ ਕਰਦੇ ਨੇ, 2020 ਦਾ ਬਹਿਰੇਨ ਗ੍ਰੈਂਡ ਪ੍ਰਿਕਸ ਟਾਈਟਲ ਜਿੱਤੇ। ਵਿਰਾਟ ਕੋਹਲੀ ਫਾਸਟੈਸਟ ਬੈਟਸਮੈਨ ਬਣੇ ਨੇ ਟੂ ਰੀਚ 22,000 ਇੰਟਰਨੈਸ਼ਨਲ ਰਨਸ ਇਨ 462 ਇੰਟਰਨੈਸ਼ਨਲ ਇਨਿੰਗਸ। ਬੇਸਿਕਲੀ 462 ਇੰਟਰਨੈਸ਼ਨਲ ਇਨਿੰਗਸ ਦੇ ਵਿੱਚ ਇਹਨਾਂ ਨੇ 22,000 ਇੰਟਰਨੈਸ਼ਨਲ ਰਨਸ ਦਾ ਸਕੋਰ ਬਣਾਉਣ ਵਾਲੇ ਸਭ ਤੋਂ ਫਰਸਟ ਪਲੇਅਰ ਬਣੇ ਨੇ। ਠੀਕ ਹੈ ਜੀ। ਪੁਰਾਣੇ ਰਿਕਾਰਡ ਦੀ ਅਗਰ ਆਪਾਂ ਗੱਲ ਕਰਦੇ ਹਾਂ, ਸਚਿਨ ਤੇਂਦੁਲਕਰ ਦਾ ਸੀਗਾ 493 ਇਨਿੰਗਸ ਦੇ ਵਿੱਚ। ਇਸ ਤੋਂ ਇਲਾਵਾ ਅਗਰ ਥਰਡ ਨੰਬਰ 'ਤੇ ਗੱਲ ਕਰਦੇ ਹਾਂ ਤਾਂ ਬ੍ਰਾਇਨ ਲਾਰਾ ਨੇ 511 ਇਨਿੰਗਸ ਦੇ ਵਿੱਚ, ਜੋ ਕਿ ਵੈਸਟ ਇੰਡੀਜ਼ ਦੇ ਪਲੇਅਰ ਨੇ। ਨੈਕਸਟ ਹੈ HDFC ਬੈਂਕ ਫਰਸਟ ਐਸਾ ਬੈਂਕ ਬਣਿਆ ਜਿਸਨੇ 8 ਟ੍ਰਿਲੀਅਨ ਦੀ ਮਾਰਕੀਟ ਕੈਪੀਟਲਾਈਜੇਸ਼ਨ ਨੂੰ ਕ੍ਰੋਸ ਕੀਤਾ ਹੈ। ਇੰਡੀਆ ਦੀ ਥਰਡ ਕੰਪਨੀ ਆਫਟਰ ਰਿਲਾਇੰਸ ਔਰ TCS ਔਰ ਫਰਸਟ ਬੈਂਕ ਜਿਸਨੇ ਇਸ ਮਾਈਲਸਟੋਨ ਨੂੰ ਅਚੀਵ ਕੀਤਾ ਹੈ, ਜਿਸਨੇ 8 ਟ੍ਰਿਲੀਅਨ ਦੀ ਮਾਰਕੀਟ ਕੈਪੀਟਲਾਈਜੇਸ਼ਨ ਨੂੰ ਕ੍ਰੋਸ ਕੀਤਾ ਹੈ। ਨੈਕਸਟ ਹੈ ਯੈਸ ਬੈਂਕ ਦੁਆਰਾ SMS ਪੇ ਫੰਕਸ਼ਨ ਲਾਂਚ ਕੀਤਾ ਗਿਆ ਹੈ ਟੂ ਅਸੈਪਟ ਕੰਟੈਕਟਲੈਸ ਪੇਮੈਂਟਸ ਇਨ ਕੋਲੈਬੋਰੇਸ਼ਨ ਵਿਦ ਫ੍ਰੈਂਚ ਪੇਮੈਂਟ ਕੰਪਨੀ ਵਰਲਡ ਕੰਪਨੀ ਦੇ ਨਾਲ ਮਿਲ ਕੇ SMS ਪੇ ਫੰਕਸ਼ਨ ਲਾਂਚ ਕੀਤਾ ਗਿਆ ਯੈਸ ਬੈਂਕ ਦੁਆਰਾ। ਮੁਥੂਟ ਫਾਈਨੈਂਸ ਲਿਮਿਟਿਡ ਦੁਆਰਾ ਇੱਕ ਗੋਲਡ ਜਵੈਲਰੀ ਇੰਸ਼ੋਰੈਂਸ ਸਕੀਮ ਗੋਲਡ ਸ਼ੀਲਡ ਨਾਮ ਦੀ ਜਵੈਲਰੀ ਇੰਸ਼ੋਰੈਂਸ ਸਕੀਮ ਲਾਂਚ ਕੀਤੀ ਗਈ ਹੈ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਦੇ ਨਾਲ ਮਿਲ ਕੇ। ਔਰ ਇਸ ਦੇ ਬਾਰੇ ਇਹ ਵੀ ਯਾਦ ਰੱਖਣਾ ਕਿ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਨੂੰ ICICI ਲੋਂਬਾਰਡ ਦੇ ਨਾਲ ਮਰਜ ਵੀ ਕੀਤਾ ਗਿਆ ਸੀ। ਆਪਾਂ ਡਿਸਕਸ ਕੀਤਾ ਸੀ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਨੂੰ ICICI ਲੋਂਬਾਰਡ ਜਨਰਲ ਇੰਸ਼ੋਰੈਂਸ ਦੇ ਨਾਲ ਮਰਜ ਕੀਤਾ ਗਿਆ ਸੀ। ਗੂਗਲ ਦੁਆਰਾ ਟਾਸਕਮੇਟ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ। ਗੂਗਲ ਦੁਆਰਾ ਕੁਐਸਚਨ ਪੁੱਛਿਆ ਜਾਏਗਾ ਕਿ ਟਾਸਕਮੇਟ ਐਪਲੀਕੇਸ਼ਨ ਕਿਹਨਾਂ ਦੁਆਰਾ ਲਾਂਚ ਕੀਤੀ ਗਈ ਹੈ, ਤਾਂ ਇਹ ਗੂਗਲ ਦੁਆਰਾ ਲਾਂਚ ਕੀਤੀ ਗਈ ਹੈ। ਰੇਜਰ ਪੇ ਦੁਆਰਾ ਰੇਜਰ ਪੇ ਐਕਸ ਕਾਰਪੋਰੇਟ ਕਾਰਡ ਲਾਂਚ ਕੀਤਾ ਗਿਆ। ਇਸ ਕਾਰਡ ਨੂੰ ਵੀਜ਼ਾ ਦੇ ਨਾਲ ਮਿਲ ਕੇ ਲਾਂਚ ਕੀਤਾ ਗਿਆ। ਵੀਜ਼ਾ ਜੋ ਕਿ ਇੱਕ ਅਮਰੀਕਨ ਕੰਪਨੀ ਹੈ, ਅਮਰੀਕਨ ਪੇਮੈਂਟ ਪਲੇਟਫਾਰਮ ਕੰਪਨੀ, ਇਹਨਾਂ ਦੇ ਨਾਲ ਮਿਲ ਕੇ ਰੇਜ਼ਰ ਪੇ ਦੁਆਰਾ ਕਾਰਪੋਰੇਟ ਕਾਰਡ ਲਾਂਚ ਕੀਤਾ ਗਿਆ। ਨੀਤੀ ਆਯੋਗ ਨੇ ਇੱਕ ਹਾਈ ਲੈਵਲ ਪੈਨਲ ਬਣਾਇਆ ਕਿਸ ਦੇ ਲਈ? ਵਰਜਿਨ ਹਾਈਪਰਲੂਪ ਟੈਕਨੋਲੋਜੀ। ਆਪਾਂ ਡਿਸਕਸ ਕੀਤਾ ਸੀ ਕਿ ਜਿਹੜੀ ਵਰਜਿਨ ਹਾਈਪਰਲੂਪ ਟੈਕਨੋਲੋਜੀ ਹੈ, ਇਸ ਦੇ ਨਾਲ ਕੀ ਕੀਤੀ ਜਾਏਗੀ? ਫਾਸਟੈਸਟ ਕਹਿ ਸਕਦੇ ਹਾਂ ਵੇ ਆਫ ਟਰਾਂਸਪੋਰਟ ਬਣੇਗਾ। ਕਿ ਟ੍ਰੇਨਸ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਵੈਕਿਊਮ ਟ੍ਰੇਨਸ ਕਹਿ ਸਕਦੇ ਹਾਂ ਆਪਾਂ, ਹਾਈਪਰਲੂਪ ਨੂੰ ਵੈਕਿਊਮ ਟ੍ਰੇਨਸ ਕਹਿ ਲੈਂਦੇ ਹਾਂ। ਤਾਂ ਜਿਹੜੀ ਹਾਈਪਰਲੂਪ ਟੈਕਨੋਲੋਜੀ ਹੈ
इसनूं इंस्टॉल किया जाएगा। इसनूं इंस्टॉल करने के लिए सब तो पहले टैसट किया गया लास वेगस दे विच। लास वेगस दे विच टैसट करने तो बाद हुण एक कमेटी बनाई गई है नीति आयोग द्वारा। नीति आयोग द्वारा एक पैनल बनाया गया अंडर चेयरमैनशिप ऑफ वी.के. सारस्वत। नेक्स्ट है जयराज डी पांडियन। जयराज डी पांडियन जो कि क्रिश्चियन मैडिकल कॉलेज के प्रिंसीपल ने, क्रिश्चियन मैडिकल कॉलेज लुधियाना के प्रिंसीपल ने, ये फर्स्ट एशियन बने ने जिन्होंने ग्लोबल स्ट्रोक सर्विसेज अवार्ड दिता गया। ग्लोबल स्ट्रोक सर्विसेज अवार्ड वर्ल्ड स्ट्रोक ऑर्गेनाइजेशन द्वारा वियना ऑस्ट्रिया के विच ये अवार्ड दिता गया। वर्ल्ड स्ट्रोक ऑर्गेनाइजेशन का हैडकुआटर जिनेवा स्विट्जरलैंड के विच है। जिनेवा स्विट्जरलैंड के विच इसका हैडकुआटर है। नेक्स्ट है क्वारंटीन। क्वारंटीन जिहड़ा शब्द है इसनूं कैम्ब्रिज यूनीवर्सिटी वर्ड ऑफ द ईयर बनाया गया। कैम्ब्रिज यूनीवर्सिटी द्वारा वर्ड ऑफ द ईयर 2020 क्वारंटीन। शेमलेस। शेमलेस एक शॉर्ट फिल्म मूवी है, इंडियन शॉर्ट फिल्म मूवी जिसके डायरैक्टर ने कीथ गोम्स। कीथ गोम्स 93rd ऑस्कर अवार्ड के लिए नॉमीनेट की गई है। इन्वायरमेंट मिनिस्टर प्रकाश जावेदकर ने इन्हों द्वारा अनाउंस किया गया टू रिप्लेस प्लास्टिक टी कप्स। प्लास्टिक टी कप्स नूं कुल्हड़ दे नाल रिप्लेस किया जाएगा रेलवे स्टेशन के उत्ते। इन्वायरमेंट नूं प्रोटैक्ट करने के लिए इन्वायरमेंट मिनिस्टर प्रकाश जावेदकर द्वारा अनाउंस किया गया। इस तो इलावा इन्फॉर्मेशन ब्रॉडकास्टिंग मिनिस्ट्री भी इन्हों लवे है। हैवी इंडस्ट्रीज मिनिस्ट्री का भी चार्ज इन्हों लवे है और राज्य सभा MP ने महाराष्ट्र। नेक्स्ट है मोहसेन फखरीजादे। मोहसेन फखरीजादे इन्हों की रिसेंटली हत्या कर दी गई है। इन्हों फादर ऑफ न्यूक्लीयर प्रोग्राम कहा जाता सी। फादर ऑफ न्यूक्लीयर प्रोग्राम ऑफ ईरान। ईरान के न्यूक्लीयर प्रोग्राम के फादर कहा जाते सी मोहसिन फजरी दे। ईरान कैपिटल तहरान है। करंसी इत्थे रियाल चलती है। अगर इस तो इलावा करंसी की गल करिए तो तोमान करंसी भी इत्थे शुरू की जानी है। नेक्स्ट है अर्थ साइंस मिनिस्ट्री। अर्थ साइंस मिनिस्ट्री जल्दी ही एक डीप ओशन मिशन लॉन्च करेगी। डीप ओशन मिशन अर्थ साइंस मिनिस्ट्री या रखनी है किन्ना लवे है डॉक्टर हर्षवर्धन दे लवे है। इस तो इलावा इस मिशन के अंडर की किया जाएगा मिनरल्स एनर्जी और मेराइन डायवर्सिटी के उत्ते रिसर्च की जाएगी जिसकी एक्सपैक्टेड कॉस्ट लगाई जा रही है कि 4000 करोड़ रुपए का यह प्रोजेक्ट लॉन्च किया जाएगा। स्पोर्ट्स अथॉरिटी ऑफ इंडिया की गल करते हैं SAI स्पोर्ट्स अथॉरिटी ऑफ इंडिया। संदीप प्रधान इसके हैड ने। न्यू दिल्ली के विच इसका हैडकुआटर है। 8 पैरा एथलीट्स नूं टॉप स्कीम के अंडर ऐड किया गया। टॉप स्कीम यानी कि टारगेट ओलंपिक पोडियम स्कीम। फुल फॉर्म पूछी जा सकती है टारगेट ओलंपिक पोडियम स्कीम। इन्हों के एक नाम इंपोर्टेंट बनया भवीना पटेल। भवीना पटेल जो कि टेबल टैनिस तो बिलोंग करते हैं। ये फर्स्ट ऐसे प्लेयर बने ने टेबल टैनिस के जिन्होंने टॉप स्कीम के अंडर ऐड किया गया। नेक्स्ट है यूनीयन कैबिनेट द्वारा ब्रिक्स के नाल MOU साइन किया गया। ब्रिक्स ग्रुप के नाल किस दे लई इनकॉर्पोरेशन इन द फील्ड ऑफ कल्चर एंड स्पोर्ट्स। फिजिकल कल्चर एंड स्पोर्ट्स के फील्ड के विच। नेक्स्ट है इंडिया साइंड इंडिया असैप्ट एग्रीमेंट विद लग्जमबर्ग। लग्जमबर्ग के नाल एग्रीमेंट साइन किया गया है। रैफ्रीजरेटेड वैक्सीन ट्रांसपोर्ट बॉक्सिस बनाने के लिए गुजरात के विच। रैफ्रीजरेटेड वैक्सीन ट्रांसपोर्ट बॉक्सिस इसका मतलब कि जदों वैक्सीन बन के तैयार हो जाएगी तो उन्होंने उसनूं स्टोर करने के लिए और उसनूं स्टोर करके क्योंकि डिफरेंट इलाकों के पहुँचानी है तो स्टोर करना पएगा। तो स्टोर करने के लिए रैफ्रीजरेटेड वैक्सीन ट्रांसपोर्ट बॉक्सिस बनाए जा रहे हैं लग्जमबर्ग की हेल्प के नाल। कैपिटल लग्जमबर्ग सिटी है। करंसी इत्थे यूरो चलती है। रोच मार्क क्रिश्चियन काबोरे प्रेजिडेंशियल इलैक्शन जितने इन्होंने बुरकीना फासो दे। बुरकीना फासो कैपिटल ओगाडुगू है। करंसी इत्थे फ्रैंक चलती है। नेक्स्ट है बाउरिंग एंड लेडी कुरजोन मेडिकल कॉलेज। बाउरिंग एंड लेडी कुरजोन मेडिकल कॉलेज का नाम प्राइम मिनिस्टर अटल बिहारी वाजपेयी के नाम के उत्ते रखा गया। ये कित्थे है? ये बेंगलुरु दे विच है। कर्नाटका बेंगलुरु दे विच ये सिचुएटेड है। हावेरी रेलवे स्टेशन की गल करते हैं। ये भी कर्नाटका दे विच है। इसका नाम चेंज किया गया फ्रीडम फाइटर महादेवी माइलर के नाम से। महादेवी माइलर फ्रीडम फाइटर महादेवी माइलर के नाम से इन्हों का नाम रखा गया। नेक्स्ट है
ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੇ 6 ਲੇਨ ਵਾਈਡਨਿੰਗ ਪ੍ਰੋਜੈਕਟ ਲਾਂਚ ਕੀਤਾ NH19 ਦਾ ਵਾਈਡਨਿੰਗ ਪ੍ਰੋਜੈਕਟ ਲਾਂਚ ਕੀਤਾ ਗਿਆ ਜੋ ਕਿ ਗਾਜ਼ੀਪੁਰ ਨੂੰ ਪਟਨਾ ਦੇ ਨਾਲ ਕਨੈਕਟ ਕਰਦਾ ਹੈ। ਬੇਸਿਕਲੀ ਵਾਰਾਣਸੀ यूपी ਦੀ ਵਿਜ਼ਿਟ ਤੇ ਸੀਗੇ। ਇਹਨਾਂ ਦੁਆਰਾ ਡਿਫਰੈਂਟ ਇਨੀਸ਼ੀਏਟਿਵਸ ਲਾਂਚ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਕਾਫੀ ਇੰਪੋਰਟੈਂਟ ਰਿਹਾ 6 ਲੇਨ ਵਾਈਡਨਿੰਗ ਪ੍ਰੋਜੈਕਟ। ਇਸ ਤੋਂ ਇਲਾਵਾ ਕਾਸ਼ੀ ਵਿਸ਼ਵਨਾਥ ਟੈਂਪਲ ਕੋਰੀਡੋਰ ਦੇ ਵਿੱਚ ਵਿਜ਼ਿਟ ਕੀਤੀ ਔਰ ਸਾਰਨਾਥ ਆਰਕੀਓਲੋਜੀਕਲ ਸਾਈਟ ਤੇ ਵੀ ਵਿਜ਼ਿਟ ਕੀਤੀ। ਦੀਪਾਵਲੀ ਫੈਸਟੀਵਲ ਦੇ ਵਿੱਚ ਪਾਰਟੀਸਿਪੇਟ ਕੀਤਾ ਕਾਰਤਿਕ ਪੂਰਨਿਮਾ ਵਾਲੇ ਦਿਨ, ਜਿੱਥੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਰਾਜਘਾਟ ਵਾਰਾਣਸੀ ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਔਰ ਰਿਕਾਰਡ ਬਣਾਇਆ ਗਿਆ 11 ਲੱਖ ਦੀਏ ਜਲਾਏ ਗਏ ਔਨ ਬੋਥ ਸਾਈਡਸ ਆਫ ਰਿਵਰ ਗੰਗਾ। ਨੈਕਸਟ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਹੀ ਅਨਾਊਂਸ ਕੀਤਾ ਗਿਆ ਮਨ ਕੀ ਬਾਤ ਦੇ ਵਿੱਚ ਕਿ ਜਿਹੜੀ ਏਸ਼ੀਅੰਟ ਆਈਡਲ ਹੈ ਇੱਕ ਮੂਰਤੀ ਹੈ ਦੇਵੀ ਅੰਨਪੂਰਨਾ ਦੀ, ਦੇਵੀ ਅੰਨਪੂਰਨਾ, ਇਸ ਨੂੰ ਕੈਨੇਡਾ ਤੋਂ ਵਾਪਸ ਲਿਆਇਆ ਜਾ ਰਿਹਾ ਹੈ ਜੋ ਕਿ ਚੋਰੀ ਕੀਤੀ ਗਈ ਸੀ ਤਕਰੀਬਨ ਵਾਰਾਣਸੀ ਦੇ ਵਿੱਚ 1913 ਦੇ ਵਿੱਚ। ਨੈਕਸਟ ਹੈ ਕਾਥੀ ਗਈ ਦੀਪਮ ਫੈਸਟੀਵਲ ਵੀ ਆਰਗੇਨਾਈਜ਼ ਕੀਤਾ ਗਿਆ ਤਮਿਲਨਾਡੂ ਦੁਆਰਾ। ਤਮਿਲਨਾਡੂ ਦੇ ਤਿਰੂਵੰਨਾਮਲਾਈ ਸ਼੍ਰੀ ਅਰੁਣਾਚਲੇਸ਼ਵਰ ਟੈਂਪਲ ਦੇ ਵਿੱਚ। ਰਾਜਸਥਾਨ ਗੌਰਮੈਂਟ ਦੀ ਅਗਰ ਆਪਾਂ ਗੱਲ ਕਰਦੇ ਹਾਂ, ਇਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਵਰਲਡ ਫੂਡ ਪ੍ਰੋਗਰਾਮ ਦੇ ਨਾਲ WFP ਰੋਮ ਇਟਲੀ ਦੇ ਵਿੱਚ ਹੈੱਡਕੁਆਟਰ ਹੈ, ਇਸ ਨੂੰ ਨੋਬਲ ਪੀਸ ਪ੍ਰਾਈਜ਼ ਦੇ ਨਾਲ ਨੋਮੀਨੇਟ ਕੀਤਾ ਨੋਬਲ ਪੀਸ ਪ੍ਰਾਈਜ਼ ਦੇ ਨਾਲ ਅਵਾਰਡ ਕੀਤਾ ਜਾਏਗਾ 10 ਦਸੰਬਰ ਨੂੰ, ਯਾਦ ਰੱਖਾਂਗੇ। ਇਸ ਤੋਂ ਇਲਾਵਾ ਇਸ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਰਾਜਸਥਾਨ ਗੌਰਮੈਂਟ ਨੇ ਫੂਡ ਐਂਡ ਨਿਊਟ੍ਰੀਸ਼ਨਲ ਸਿਕਿਉਰਿਟੀ ਗੋਲਸ ਦੇ ਲਈ। ਨੈਕਸਟ ਹੈ ਹਿਮਾਚਲ ਪ੍ਰਦੇਸ਼ ਦੁਆਰਾ ਅਨਾਊਂਸ ਕੀਤਾ ਗਿਆ 5 ਡੇ ਆਫਿਸ 6th ਵਰਕ ਫਰੋਮ ਹੋਮ 1 ਤੋਂ ਲੈ ਕੇ 31 ਦਸੰਬਰ ਤੱਕ। ਪੰਨਾ ਟਾਈਗਰ ਰਿਜ਼ਰਵ ਦੀ ਗੱਲ ਕਰਦੇ ਹਾਂ MP ਦੇ ਪੰਨਾ ਟਾਈਗਰ ਰਿਜ਼ਰਵ ਦੇ ਵਿੱਚ ਸਾਇੰਟਿਸਟ ਦੁਆਰਾ ਰੇਡੀਓ ਟੈਗਿੰਗ ਕੀਤੀ ਗਈ ਹੈ ਵਲਚਰਸ ਦੀ ਰੇਡੀਓ ਟੈਗਿੰਗ ਕੀਤੀ ਗਈ ਹੈ। ਆਪਣੇ ਲਈ ਇੰਪੋਰਟੈਂਟ ਬਣੇਗਾ ਪੰਨਾ ਟਾਈਗਰ ਰਿਜ਼ਰਵ ਕਿੱਥੇ ਹੈ, MP ਦੇ ਵਿੱਚ। ਨੈਕਸਟ ਹੈ ਵਾਈਲਡ ਲਾਈਫ ਸੈਂਚੁਰੀ ਡਿਸਕਸ ਕਰ ਰਹੇ ਹਾਂ ਸਟੈਟਿਕ ਪੋਰਸ਼ਨ ਦੇ ਵਿੱਚ ਤੇਲੰਗਾਨਾ ਬਾਰੇ। ਤੇਲੰਗਾਨਾ ਦੀ ਗੱਲ ਕਰਦੇ ਹਾਂ ਕਵਲ ਵਾਈਲਡ ਲਾਈਫ ਸੈਂਚੁਰੀ, ਪਖਾਲ ਵਾਈਲਡ ਲਾਈਫ ਸੈਂਚੁਰੀ, ਮੰਜੀਰਾ ਵਾਈਲਡ ਲਾਈਫ ਸੈਂਚੁਰੀ ਔਰ पोचारम वाइल्ड लाइफ सेंचुरी। कवाल, पखाल, मंजीरा, पोचारम। त्रिपुरा की गल करते हैं गुमती, रोवा और त्रिशना रिवर भी है। गुमती, रोवा और त्रिशना वाइल्ड लाइफ सेंचुरीज कितने ने त्रिपुरा दे विच। यूपी दे विच गल करते हैं नैशनल पार्क एक है दुधवा नैशनल पार्क, पर वाइल्ड लाइफ सेंचुरीज काफ़ी ने। फॉर एग्जाम्पल हस्तिनापुर काफ़ी फेमस वाइल्ड लाइफ सेंचुरी, हस्तिनापुर, चंद्रप्रभा, बखीरा, कैमूर वाइल्ड लाइफ सेंचुरी और कृष्णपुर वाइल्ड लाइफ सेंचुरी। उत्तराखंड की गल करते हैं तो बिनसार, मलन, नौधार, मसूरी और केदारनाथ वाइल्ड लाइफ सेंचुरीज कितने ने उत्तराखंड दे विच। वैस्ट बंगाल की गल करते हैं तो रायगंज, सेंचल और महानंदा वाइल्ड लाइफ सेंचुरी, रायगंज वाइल्ड लाइफ सेंचुरी। रायगंज काफ़ी इंपॉर्टेंट रहेगी यूपी। अगर वैस्ट बंगाल की गल करते हैं तो वैस्ट बंगाल दे विच रायगंज वाइल्ड लाइफ सेंचुरी याद रखनी है, ठीक है जी। नैक्सट चलते हैं अज के फर्स्ट क्वेश्चन के वाल। फर्स्ट क्वेश्चन डिस्कस करांगे विच डे इज ऑब्जर्वड एज वर्ल्ड एड्स डे। वर्ल्ड एड्स डे सब तो पहले वर्ल्ड एड्स डे 1 दिसंबर को ऑब्जर्व किया गया, यानी कि कल के दिन ऑब्जर्व किया गया। इस तो इलावा अगर आप गल करते हैं एड्स की फुल फॉर्म की, तो एक्वायर्ड इम्यूनो डिफिशिएंसी सिंड्रोम। एक्वायर्ड इम्यूनो डिफिशिएंसी सिंड्रोम किस दे कारण होंदी है, तो HIV के कारण होंदी है। तो HIV की फुल फॉर्म इंपॉर्टेंट बनेगी HIV, ह्यूमन इम्यूनो डेफिशिएंसी वायरस। ह्यूमन इम्यूनो डेफिशिएंसी वायरस इसकी फुल फॉर्म रहेगी। इस तो इलावा इस दिन को 1988 तो लगातार ऑब्जर्व किया जा रहा है। ये याद रखना हर साल 1988 तो इसमें शुरू किया गया सी यूनाइटेड नेशंस द्वारा। इस तो इलावा इसकी थीम याद रखांगे कि एंडिंग द HIV एड्स एपीडेमिक। एंडिंग द HIV एड्स एपीडेमिक, रेजिलेंस एंड इंपैक्ट थीम रही है वर्ल्ड एड्स डे की। इस तो इलावा दो होर इंपोर्टेंट दिन कल के दिन ही रहे सी, डिस्कस करते हैं। सब तो पहले 1 दिसंबर को ही नागालैंड की गल करते हैं, इसने अपना 58th स्टेटहुड डे ऑब्जर्व किया है, ठीक है। जिस तरीके पंजाब की गल करते हैं 1966 के 1 नवंबर 1966 आप डिस्कस करते हैं पंजाब डे, या फिर होर भी काफ़ी स्टेट्स के बारे पर डिस्कस किया 1 नवंबर को ही उन्होंने फाउंडेशन डे है।
ਤਾਂ ਇੰਕਲੂਡਿੰਗ ਉਸਦੇ ਹੀ ਨਾਲ 1 ਦਸੰਬਰ ਨੂੰ ਨਾਗਾਲੈਂਡ ਦਾ ਫਾਊਂਡੇਸ਼ਨ ਡੇ ਹੈ। ਰੀਸੈਂਟਲੀ ਆਪਾਂ ਨੇ ਝਾਰਖੰਡ ਦਾ ਵੀ ਫਾਊਂਡੇਸ਼ਨ ਡੇ ਡਿਸਕਸ ਕੀਤਾ ਸੀ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਨੇ ਉੱਤਰਾਖੰਡ ਦਾ ਵੀ ਫਾਊਂਡੇਸ਼ਨ ਡੇ ਡਿਸਕਸ ਕੀਤਾ ਸੀ ਨਵੰਬਰ ਦੇ ਵਿੱਚ ਹੀ, ਠੀਕ ਹੈ। 8 ਨਵੰਬਰ ਸੀ ਆਈ ਥਿੰਕ ਉੱਤਰਾਖੰਡ ਦਾ, ਔਰ ਝਾਰਖੰਡ ਦਾ ਸੀਗਾ 15 ਨਵੰਬਰ। ਤਾਂ 1 ਦਸੰਬਰ ਨੂੰ ਨਾਗਾਲੈਂਡ ਦਾ 58th ਸਟੇਟਹੁੱਡ ਡੇ ਓਬਜ਼ਰਵ ਕੀਤਾ ਗਿਆ। ਇਸ ਤੋਂ ਇਲਾਵਾ BSF ਦੀ ਗੱਲ ਕਰਦੇ ਹਾਂ, ਬਾਰਡਰ ਸਿਕਿਉਰਿਟੀ ਫੋਰਸ ਦਾ ਵੀ ਫਾਊਂਡੇਸ਼ਨ ਡੇ 56th ਰੇਜ਼ਿੰਗ ਡੇ ਕਹਿ ਸਕਦੇ ਹਾਂ 1 ਦਸੰਬਰ ਨੂੰ ਓਬਜ਼ਰਵ ਕੀਤਾ ਜਾਂਦਾ ਹੈ। ਬਾਰਡਰ ਸਿਕਿਉਰਿਟੀ ਫੋਰਸ ਬੇਸਿਕਲੀ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਬਾਰਡਰ ਸਿਕਿਉਰਿਟੀ ਫੋਰਸ ਦਾ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਇੰਡੀਆ ਪਾਕਿਸਤਾਨ ਦੀ ਵਾਰ ਤੋਂ ਬਾਅਦ 1963 ਦੀ ਵਾਰ ਤੋਂ ਬਾਅਦ ਇਸ ਨੂੰ ਬਣਾਇਆ ਗਿਆ ਸੀ 1 ਦਸੰਬਰ 1965 ਦੇ ਵਿੱਚ। ਨਿਊ ਦਿੱਲੀ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। ਰੀਸੈਂਟਲੀ ਇਸ ਦੇ ਹੈੱਡ ਚੇਂਜ ਕੀਤੇ ਗਏ ਨੇ ਰਾਕੇਸ਼ ਅਸਥਾਨਾ ਡਾਇਰੈਕਟਰ ਜਨਰਲ ਅਪੋਇੰਟ ਕੀਤੇ ਗਏ ਨੇ BSF ਦੇ। ਨਾਮ ਯਾਦ ਰੱਖਣਾ ਇੰਪੋਰਟੈਂਟ ਰਹੇਗਾ, ਰੀਸੈਂਟਲੀ ਇਹਨਾਂ ਨੂੰ ਅਪੋਇੰਟ ਕੀਤਾ ਗਿਆ, ਠੀਕ ਹੈ ਜੀ। ਨੈਕਸਟ ਹੈ ਵਿਚ ਵਰਡ ਇਜ਼ ਓਬਜ਼ਰਵਡ ਐਜ਼ 220 ਵਰਡ ਆਫ ਦ ਈਅਰ ਬਾਈ ਮੈਰੀਅਮ ਵੈਬਸਟਰ। ਜਿਸ ਤਰੀਕੇ ਨਾਲ ਆਪਾਂ ਨੇ ਕੋਲਿਨਸ ਦੇ ਬਾਰੇ ਡਿਸਕਸ ਕੀਤਾ, ਠੀਕ ਹੈ, ਉਸੇ ਤਰੀਕੇ ਦੇ ਨਾਲ ਇਸ ਤੋਂ ਇਲਾਵਾ ਕੱਲ੍ਹ ਆਪਾਂ ਡਿਸਕਸ ਕੀਤਾ ਸੀਗਾ, ਤਾਂ ਇਸੇ ਤਰੀਕੇ ਨਾਲ ਪੈਂਡੈਮਿਕ ਦੀ ਗੱਲ ਕਰਦੇ ਹਾਂ। ਮੈਰੀਅਮ ਵੈਬਸਟਰ ਦੁਆਰਾ ਪੈਂਡੈਮਿਕ ਨੂੰ 2020 ਦਾ ਵਰਡ ਆਫ ਦਾ ਈਅਰ ਨਾਮਿਤ ਕੀਤਾ ਗਿਆ, ਠੀਕ ਹੈ ਜੀ, ਇਹ ਯਾਦ ਰੱਖਾਂਗੇ। ਕੋਲਿਨਸ ਡਿਕਸ਼ਨਰੀ ਦੁਆਰਾ ਲੋਕਡਾਊਨ ਨੂੰ ਨਾਮਿਤ ਕੀਤਾ ਗਿਆ ਸੀ, ਇਹ ਵੀ ਯਾਦ ਰੱਖਣਾ। ਨੈਕਸਟ ਹੈ ਗਵਰਨਮੈਂਟ ਆਫ ਇੰਡੀਆ ਅਨਾਊਂਸਡ 3rd ਸਟੀਮੂਲਸ ਪੈਕੇਜ। ਗਵਰਨਮੈਂਟ ਆਫ ਇੰਡੀਆ ਦੁਆਰਾ ਤੀਸਰਾ ਸਟੀਮੂਲਸ ਪੈਕੇਜ ਅਨਾਊਂਸ ਕੀਤਾ ਗਿਆ 900 ਕਰੋੜ ਦਾ। ਬੇਸਿਕਲੀ ਆਪਾਂ ਡਿਸਕਸ ਕੀਤਾ ਸੀ COVID-19 ਦੇ ਵਿੱਚ ਕਿ ਗਵਰਨਮੈਂਟ ਦੁਆਰਾ ਪੈਕੇਜ ਅਨਾਊਂਸ ਕੀਤਾ ਗਿਆ, ਤਾਂ ਉਸ ਦੀ ਤੀਸਰੀ ਗ੍ਰਾਂਟ ਅਨਾਊਂਸ ਕੀਤੀ ਗਈ ਹੈ। ਜਿਹੜੀ ਗ੍ਰਾਂਟ ਪ੍ਰੋਵਾਈਡ ਕੀਤੀ ਜਾਏਗੀ ਉਹ ਕਿਸ ਨੂੰ ਪ੍ਰੋਵਾਈਡ ਕੀਤੀ ਜਾਏਗੀ? ਬਾਇਓਟੈਕਨੋਲੋਜੀ, ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਫॉर ਰਿਸਰਚ ਐਂਡ ਡਿਵੈਲਪਮੈਂਟ, ਠੀਕ ਹੈ ਜੀ। ਵੈਸੇ ਇਹ ਨਿਊਜ਼ ਆਪਾਂ ਪਹਿਲੇ ਡਿਸਕਸ ਕੀਤੀ ਹੋਈ ਹੈ, ਪਰ ਹੁਣ ਇਸਦੀ ਜਦੋਂ ਇਹ ਸ਼ੁਰੂ ਕੀਤੀ ਗਈ ਸੀ, ਹੁਣ ਇਸਦੀ ਤੀਸਰੀ ਗ੍ਰਾਂਟ ਦਿੱਤੀ ਗਈ ਹੈ, ਤਾਂ ਇਸ ਕਰਕੇ ਦੁਬਾਰਾ ਡਿਸਕਸ ਕਰ ਰਹੇ ਹਾਂ। ਕੀ ਨਾਮ ਸੀ ਮਿਸ਼ਨ ਦਾ? ਕੋਵਿਡ ਸੁਰੱਖਿਆ। ਵੈਕਸੀਨ ਬਣਾਉਣ ਦੇ ਲਈ ਇੰਡੀਆ ਦੇ ਮਿਸ਼ਨ ਦਾ ਕੀ ਨਾਮ ਹੈ? ਕੋਵਿਡ ਸੁਰੱਖਿਆ, ਠੀਕ ਹੈ, ਇਹ ਯਾਦ ਰੱਖਣਾ ਹੈ। ਵੈਕਸੀਨ ਦੇ ਰਿਲੇਟਡ ਹੀ ਇਹ ਵੀ ਯਾਦ ਰੱਖਣਾ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ 3 ਜਗ੍ਹਾ ਦੀ ਵਿਜ਼ਿਟ ਕੀਤੀਆਂ ਗਈਆਂ, ਠੀਕ ਹੈ। ਤਿੰਨੋਂ ਜਗ੍ਹਾ ਦੀ ਬੇਸਿਕਲੀ ਅਗਰ ਵਿਜ਼ਿਟ ਦੀ ਗੱਲ ਹੈ ਤਾਂ ਵਿਜ਼ਿਟ ਦੇ ਨਾਲ ਹੀ ਹੈੱਡਕੁਆਟਰ ਯਾਦ ਰੱਖਣੇ ਨੇ ਉਹਨਾਂ ਦੇ ਤਿੰਨੋਂ ਜਗ੍ਹਾ ਦੇ। ਫੋਰ ਐਗਜ਼ਾਮਪਲ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਹੈੱਡਕੁਆਟਰ ਕਿੱਥੇ ਹੈ? ਤਾਂ ਪੁਣੇ ਦੇ ਵਿੱਚ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਰੀਸੈਂਟਲੀ ਵਿਜ਼ਿਟ ਕੀਤੀ ਗਈ। ਸਿਮਿਲਰਲੀ ਭਾਰਤ ਬਾਇਓਟੈਕ ਦੀ ਗੱਲ ਕਰਦੇ ਤਾਂ ਉਸ ਦਾ ਹੈੱਡਕੁਆਟਰ ਕਿੱਥੇ ਹੈ? ਹੈਦਰਾਬਾਦ ਦੇ ਵਿੱਚ ਹੈ, ਆਪਾਂ ਡਿਸਕਸ ਕੀਤਾ। ਤੀਸਰੇ ਮੇਰੇ ਮਾਈਂਡ 'ਚੋਂ ਨਾਮ ਸਕਿਪ ਕਰ ਰਿਹਾ ਕੰਪਨੀ ਦਾ, ਤੀਸਰੀ ਕੰਪਨੀ ਸੀ ਜਿਹੜੀ ਉੱਥੇ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਵਿਜ਼ਿਟ ਕੀਤੀ ਗਈ ਸੀ, ਠੀਕ ਹੈ ਜੀ। 3 ਜਗ੍ਹਾ 'ਤੇ ਵਿਜ਼ਿਟ ਕੀਤੀ ਸੀ, ਤਿੰਨੋਂ ਜਗ੍ਹਾ ਦਾ ਨਾਮ ਯਾਦ ਰੱਖਣਾ ਹੈ, ਪਲੱਸ ਤਿੰਨੋਂ ਦਾ ਪਲੇਸ ਯਾਦ ਰੱਖਣੀ ਕਿ ਉਸਦੇ ਹੈੱਡਕੁਆਟਰਸ ਕਿੱਥੇ ਲੋਕੇਟਡ ਨੇ। ਨੈਕਸਟ ਹੈ ਹੂ ਇਜ਼ ਅਪੋਇੰਟਡ ਐਜ਼ ਨਿਊ ਚੇਅਰਪਰਸਨ ਆਫ ਨੈਸ਼ਨਲ ਡਾਇਰੀ ਡਿਵੈਲਪਮੈਂਟ ਬੋਰਡ। ਇਹ ਕਾਫੀ ਇੰਪੋਰਟੈਂਟ ਨਿਊਜ਼ ਰਹੇਗੀ ਕਿ ਨੈਸ਼ਨਲ ਡਾਇਰੀ ਡਿਵੈਲਪਮੈਂਟ ਬੋਰਡ ਦੀ ਅਗਰ ਆਪਾਂ ਗੱਲ ਕਰਦੇ ਹਾਂ, ਇਸ ਨਿਊਜ਼ ਦੇ ਵਿੱਚ ਹਲਕੀ ਜਿਹੀ ਕਨਫਿਊਜ਼ਨ ਸੀ। ਅਗਰ ਆਪਾਂ ਗੱਲ ਕਰਦੇ ਹਾਂ ਤਾਂ ਦਿਲੀਪ ਰਥ ਜੋ ਕਿ ਨੈਸ਼ਨਲ ਡਾਇਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੀਗੇ, ਠੀਕ ਹੈ, ਇਹਨਾਂ ਦੇ ਰਿਲੇਟਡ ਆਪਾਂ ਨੇ ਇੱਕ ਨਿਊਜ਼ ਡਿਸਕਸ ਕੀਤੀ ਸੀ ਲਾਸਟ ਮੰਥ, ਠੀਕ ਹੈ। ਮੇਰੇ ਮਾਈਂਡ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਯਾਦ ਹੋਏ ਤਾਂ ਦਿਲੀਪ ਰਥ ਦੇ ਬਾਰੇ ਆਪਾਂ ਨਿਊਜ਼ ਡਿਸਕਸ ਕੀਤੀ ਸੀ ਕਿ ਇਹਨਾਂ ਨੂੰ ਇੰਟਰਨੈਸ਼ਨਲ ਡਾਇਰੀ ਬੋਰਡ ਦੇ ਵਿੱਚ ਇੰਟਰਨੈਸ਼ਨਲ ਡਾਇਰਿੰਗ ਫੈਡਰੇਸ਼ਨ ਦੀ ਗੱਲ ਕਰ ਲੈਂਦੇ ਹਾਂ। ਇੰਟਰਨੈਸ਼ਨਲ ਡਾਇਰੀ ਫੈਡਰੇਸ਼ਨ ਹੈ ਜਿਹੜਾ, ਜਿਸ ਦਾ ਹੈੱਡਕੁਆਟਰ ਬਰੂਜ਼ਲਸ ਬੈਲਜੀਅਮ ਦੇ ਵਿੱਚ ਹੈ, ਉਸ ਦੇ ਵਿੱਚ ਮੈਂਬਰ ਅਪੋਇੰਟ ਕੀਤਾ ਗਿਆ ਸੀ। ਇਸ ਦੇ ਬੋਰਡ ਦੇ ਵਿੱਚ ਮੈਂਬਰ ਅਪੋਇੰਟ ਕੀਤਾ ਗਿਆ ਸੀ, ਠੀਕ ਹੈ। ਤਾਂ ਹੁਣ ਨੈਸ਼ਨਲ ਡਾਇਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਉਹ ਨਵੇਂ ਬਣਾ ਦਿੱਤੇ ਗਏ ਨੇ ਵਰਸ਼ਾ ਜੋਸ਼ੀ ਨੂੰ ਨਿਊ ਚੇਅਰਪਰਸਨ ਅਪੋਇੰਟ ਕੀਤਾ ਗਿਆ ਨੈਸ਼ਨਲ ਡਾਇਰੀ ਡਿਵੈਲਪਮੈਂਟ ਬੋਰਡ ਦਾ, ਠੀਕ ਹੈ ਜੀ। ਆਪਸ਼ਨਸ ਦੀ ਗੱਲ ਕਰਦੇ ਹਾਂ, ਬਾਕੀ ਆਪਸ਼ਨਸ ਕਾਫੀ ਇੰਟਰਸਟਿੰਗ ਰਹਿਣਗੇ। ਆਦਿਤਿਆ ਪੁਰੀ ਜੋ ਕਿ MD ਐਂਡ CEO ਸੀਗੇ HDFC ਬੈਂਕ ਦੇ। HDFC ਬੈਂਕ ਬਾਰੇ ਹੁਣੇ ਆਪਾਂ ਡਿਸਕਸ ਕੀਤਾ ਕਿ ਇਹ ਤੀਸਰਾ ਐਸਾ ਬੈਂਕ ਬਣਿਆ, फर्स्ट ऐसा बैंक बने और तीसरी ऐसी कंपनी बनी है मार्केट कैपिटलाइजेशन क्रॉस करने वाली मिलियन दे विच। हुण आदित्य पुरी की अगर आप गल करते हैं तो यह इसके पुराने CEO सीगे, MD CEO पुराने सीगे, नवे शशिधर जगदीशन अपॉइंट किए गए। आदित्य पुरी नूं अपॉइंट किया गया सी सीनियर एडवाइज़र कित्थे? कैरले ग्रुप फॉर एशिया रीजन अपॉइंट किए गए सी आदित्य पुरी,
ਰਾਜੀਵ ਜਲੋਟਾ ਨੂੰ ਚੇਅਰਪਰਸਨ ਅਪੋਇੰਟ ਕੀਤਾ ਗਿਆ ਸੀ ਮੁੰਬਈ ਪੋਰਟ ਟਰਸਟ ਦਾ। ਮੁੰਬਈ ਪੋਰਟ ਟਰਸਟ ਦਾ ਚੇਅਰਪਰਸਨ ਰਾਜੀਵ ਜਲੋਟਾ ਨੂੰ ਅਪੋਇੰਟ ਕੀਤਾ ਗਿਆ ਸੀ। ਉਤਪਲ ਕੁਮਾਰ ਸਿੰਘ ਦੀ ਅਗਰ ਆਪਾਂ ਗੱਲ ਕਰਦੇ ਹਾਂ, ਉਤਪਲ ਕੁਮਾਰ ਸਿੰਘ ਸੈਕਟਰੀ ਜਨਰਲ ਅਪੋਇੰਟ ਕੀਤੇ ਗਏ ਸੀ। ਲੋਕ ਸਭਾ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ, ਲੋਕ ਸਭਾ ਦੇ ਵਿੱਚ ਓਮ ਪੁਰੀ ਸਪੀਕਰ ਨੇ ਕੋਟਾ ਰਾਜਸਥਾਨ ਤੋਂ ਲੋਕ ਸਭਾ MP ਨੇ, ਇਹਨਾਂ ਨੇ ਸੈਕਟਰੀ ਜਨਰਲ ਅਪੋਇੰਟ ਕੀਤਾ। ਉਤਪਲ ਕੁਮਾਰ ਸਿੰਘ ਨੂੰ ਲੋਕ ਸਭਾ ਦੇ ਵਿੱਚ ਸੈਕਟਰੀ ਜਨਰਲ ਅਪੋਇੰਟ ਕੀਤਾ ਸੀ ਉਤਪਲ ਕੁਮਾਰ ਸਿੰਘ। ਬੇਸਿਕਲੀ ਅਗਰ ਆਪਾਂ ਗੱਲ ਕਰਦੇ ਹਾਂ, ਅਨਾਊਂਸਮੈਂਟ ਪਹਿਲੇ ਕੀਤੀ ਗਈ ਸੀ, ਕੱਲ੍ਹ ਹੀ ਇਹਨਾਂ ਨੂੰ ਅਪੋਇੰਟ ਕੀਤਾ ਗਿਆ। ਠੀਕ ਹੈ, ਇਹ ਵੀ ਯਾਦ ਰੱਖਣੇ। ਨੈਕਸਟ ਹੈ ਹੂ ਇਜ਼ ਅਪੋਇੰਟਡ ਐਜ਼ ਐਂਬੈਸਡਰ ਆਫ ਬਾਫਟਾ ਦੀ ਗੱਲ ਕਰਦੇ ਹਾਂ, ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ ਬ੍ਰੇਕ ਥਰੂ ਇਨੀਸ਼ੀਏਟਿਵ। ਪਹਿਲੇ ਅਗਰ ਇਸ ਕੁਐਸਚਨ ਦੇ ਆਨਸਰ ਦੀ ਗੱਲ ਕਰਦੇ ਹਾਂ ਤਾਂ ਆਨਸਰ ਆਪਣਾ AR ਰਹਿਮਾਨ, 4th ਆਪਸ਼ਨ। ਨਿਊਜ਼ ਥੋੜੀ ਇੰਟਰਸਟਿੰਗ ਹੈ, ਡਿਟੇਲ ਦੇ ਵੀ ਡਿਸਕਸ ਕਰਦੇ ਹਾਂ ਕਿ ਬੇਸਿਕਲੀ ਜਿਹੜੀ ਬਾਫਟਾ ਹੈ, ਬਾਫਟਾ ਦਾ ਹੈੱਡਕੁਆਟਰ ਕਿੱਥੇ ਹੈ? ਲੰਡਨ ਦੇ ਵਿੱਚ ਹੈ। ਠੀਕ ਹੈ, ਰਿਸੈਂਟਲੀ ਅਗਰ ਆਪਾਂ ਗੱਲ ਕਰੀਏ ਬਾਫਟਾ ਅਵਾਰਡ ਅਨਾਊਂਸ ਕੀਤੇ ਗਏ ਸੀ ਤਾਂ ਉਸ ਦੇ ਵਿੱਚ 1917 ਮੂਵੀ ਨੂੰ ਅਵਾਰਡ ਦਿੱਤਾ ਗਿਆ ਸੀ, ਇਹ ਵੀ ਯਾਦ ਰੱਖਣਾ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਬਾਫਟਾ ਦੀ, ਤਾਂ ਇਹਨਾਂ ਦੁਆਰਾ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ, ਬ੍ਰੇਕ ਥਰੂ ਇਨੀਸ਼ੀਏਟਿਵ। ਇਸ ਇਨੀਸ਼ੀਏਟਿਵ ਨੂੰ 2013 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਬ੍ਰਿਟੇਨ ਦੇ ਵਿੱਚ। ਠੀਕ ਹੈ, ਇਸ ਦੇ ਅੰਡਰ ਕੀ ਕੀਤਾ ਜਾਂਦਾ ਸੀ ਕਿ ਨਵੇਂ ਟੈਲੈਂਟ ਨੂੰ ਛਾਨਿਆ ਜਾਂਦਾ ਸੀ। ਹਰ ਸਾਲ ਕੁਝ ਪਰਸਨਸ ਨੂੰ ਸਿਲੈਕਟ ਕਰਕੇ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਸੀ। ਤਾਂ ਇਸ ਇਨੀਸ਼ੀਏਟਿਵ ਨੂੰ 2013 ਦੇ ਵਿੱਚ ਬ੍ਰਿਟੇਨ ਦੇ ਵਿੱਚ ਸ਼ੁਰੂ ਕੀਤਾ ਗਿਆ, 2019 ਦੇ ਵਿੱਚ ਚਾਈਨਾ ਦੇ ਵਿੱਚ ਸ਼ੁਰੂ ਕੀਤਾ ਗਿਆ, ਹੁਣ ਇੰਡੀਆ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ। ਤਾਂ ਇੰਡੀਆ ਦੇ ਵਿੱਚ ਸ਼ੁਰੂ ਕਰਨ ਦੇ ਲਈ ਇੱਕ ਪਰਸਨ ਨੂੰ ਐਂਬੈਸਡਰ ਅਪੋਇੰਟ ਕੀਤਾ ਗਿਆ, AR ਰਹਿਮਾਨ ਨੂੰ। ਠੀਕ ਹੈ ਜੀ, ਹੁਣ ਇਸ ਦੇ ਰਿਲੇਟਡ ਇੱਕ ਇੰਪੋਰਟੈਂਟ ਚੀਜ਼ ਇਹ ਵੀ ਯਾਦ ਰੱਖਣੀ ਹੈ ਕਿ ਇਸ ਇਨੀਸ਼ੀਏਟਿਵ ਦੇ ਅੰਡਰ 5 ਪਰਸਨਸ ਨੂੰ ਸਿਲੈਕਟ ਕੀਤਾ ਜਾਏਗਾ, ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਏਗੀ। ਹਰ ਸਾਲ 5 ਪਰਸਨ ਨੂੰ ਸਿਲੈਕਟ ਕੀਤਾ ਜਾਏਗਾ ਔਰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਏਗੀ। ਅੱਛਾ, AR ਰਹਿਮਾਨ ਨੂੰ ਸਿਲੈਕਟ ਕੀਤਾ ਗਿਆ ਹੈ ਤਾਂ AR ਰਹਿਮਾਨ ਦੇ ਬਾਰੇ ਇਹ ਚੀਜ਼ ਯਾਦ ਰੱਖਣੀ ਹੈ ਕਿ AR ਰਹਿਮਾਨ ਨੂੰ ਵੀ 2009 ਦੇ ਵਿੱਚ ਬਾਫਟਾ ਅਵਾਰਡ ਦਿੱਤਾ ਜਾ ਚੁੱਕਿਆ ਹੈ। ਬਾਫਟਾ ਅਵਾਰਡ ਦੀ ਅਗਰ ਆਪਾਂ ਗੱਲ ਕਰਦੇ ਹਾਂ 2009 ਦੇ ਵਿੱਚ AR ਰਹਿਮਾਨ ਨੂੰ ਦਿੱਤਾ ਜਾ ਚੁੱਕਿਆ। ਬਾਫਟਾ ਦੀ ਗੱਲ ਕਰ ਲਈ ਆਪਾਂ ਨੇ, ਹੈੱਡਕੁਆਟਰ ਲੰਡਨ ਦੇ ਵਿੱਚ ਹੈ। ਅੱਛਾ, ਇਸ ਦੇ ਚੇਅਰਮੈਨ ਦਾ ਨਾਮ ਯਾਦ ਰੱਖਾਂਗੇ ਆਨੰਦਾ ਬੈਰੀ। CEO ਦੀ ਗੱਲ ਕਰੀਏ, ਬਾਫਟਾ ਦੇ CEO ਆਨੰਦਾ ਬੈਰੀ। ਇਸ ਤੋਂ ਇਲਾਵਾ ਆਮਿਰ ਖਾਨ ਨੂੰ ਰਿਸੈਂਟਲੀ ਸੀਏਟ ਦੇ ਬ੍ਰਾਂਡ ਐਂਬੈਸਡਰ ਔਰ ਵੈਂਦਾਤੂ ਦੇ ਬ੍ਰਾਂਡ ਐਂਬੈਸਡਰ ਅਪੋਇੰਟ ਕੀਤਾ ਗਿਆ ਸੀ। ਸੋਨੂ ਸੂਦ ਦੀ ਗੱਲ ਕਰਦੇ ਹਾਂ, ਸੋਨੂ ਸੂਦ ਨੂੰ ਏਸਰ ਕੰਪਨੀ ਦੇ ਬ੍ਰਾਂਡ ਐਂਬੈਸਡਰ ਅਪੋਇੰਟ ਕੀਤੇ ਗਏ ਸੀ। ਇਸ ਤੋਂ ਇਲਾਵਾ ਸੋਨੂ ਸੂਦ ਬਾਰੇ ਹੀ ਪੰਜਾਬ ਦੇ ਇਲੈਕਸ਼ਨ ਕੈਂਪੇਨ ਦੇ ਆਈਕਨ ਅਪੋਇੰਟ ਕੀਤੇ ਗਏ ਨੇ। ਸੋਨੂ ਸੂਦ ਨੂੰ ਹੀ ਹਿਊਮੈਨਿਟੇਰੀਅਨ ਅਵਾਰਡ ਦਿੱਤਾ ਗਿਆ ਸੀ, ਇਹ ਵੀ ਯਾਦ ਰੱਖਣਾ। ਅਮਿਤਾਭ ਬੱਚਨ ਦੀ ਅਗਰ ਆਪਾਂ ਗੱਲ ਕਰੀਏ, ਅਮਿਤਾਭ ਬੱਚਨ ਨੂੰ ਐਮਾਜ਼ੋਨ ਦੁਆਰਾ ਰਿਸੈਂਟਲੀ ਸਾਈਨ ਕੀਤਾ ਗਿਆ ਸੀ ਐਲੈਕਸਾ ਦੀ ਵੌਇਸ ਅਸਿਸਟੈਂਟ ਦੇ ਲਈ। ਇਸ ਤੋਂ ਇਲਾਵਾ ਯੂਪੀ ਦੇ ਸਾਰਨਾਥ ਦੇ ਵਿੱਚ ਜਿਹੜਾ ਈਵੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਉਸ ਦੇ ਵਿੱਚ ਵੀ ਅਮਿਤਾਭ ਬੱਚਨ ਨੂੰ ਹੀ ਸਾਈਨ ਕੀਤਾ ਗਿਆ ਸੀ ਆਵਾਜ਼ ਦੇ ਲਈ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਟਵਿੱਟਰ ਦੇ ਉੱਤੇ ਜਿਹੜਾ ਕੈਂਪੇਨ ਸੀਗਾ RBI ਦੇ ਕੈਂਪੇਨ ਦੇ ਲਈ ਟਵਿੱਟਰ ਦੇ ਉੱਤੇ ਡਿਜੀਟਲ ਕੈਂਪੇਨ ਲਾਂਚ ਕਰਨ ਦੇ ਲਈ RBI ਦੁਆਰਾ ਅਮਿਤਾਭ ਬੱਚਨ ਨੂੰ ਸਾਈਨ ਕੀਤਾ ਗਿਆ ਸੀ। ਅੱਛਾ, ਅਗਰ RBI ਦੀ ਗੱਲ ਆਈਏ ਤਾਂ RBI ਐਸਾ ਫਰਸਟ ਸੈਂਟਰਲ ਬੈਂਕ ਬਣਿਆ ਜਿਸ ਨੇ 1 ਮਿਲੀਅਨ ਫੋਲੋਅਰਸ ਹਾਸਿਲ ਕੀਤੇ ਨੇ ਟਵਿੱਟਰ ਦੇ ਉੱਤੇ, ਇਹ ਵੀ ਯਾਦ ਰੱਖਣਾ। ਅਨੁਪਮ ਖੇਰ ਰਿਸੈਂਟਲੀ ਨਿਊਜ਼ ਦੇ ਵਿੱਚ ਸੀਗੇ, ਇਹਨਾਂ ਦੀ ਬੁੱਕ ਆਈ ਸੀ ਯੂਅਰ ਬੈਸਟ ਡੇ ਇਜ਼ ਟੂਡੇ। ਇਹ ਇਹਨਾਂ ਦੀ ਤੀਸਰੀ ਬੁੱਕ ਸੀ, ਇਹ ਵੀ ਯਾਦ ਰੱਖਣਾ। ਨੈਕਸਟ ਹੈ ਇੱਕ ਬੁੱਕ ਰਿਲੀਜ਼ ਕੀਤੀ ਗਈ ਹੈ ਬੈਂਕ ਦੁਆਰਾ। ਇੰਟਰਨੈਸ਼ਨਲ ਬੈਂਕਸ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ, ਕਾਫੀ ਵਾਰ ਇਹਨਾਂ ਦੇ ਬਾਰੇ ਆਪਾਂ ਡਿਸਕਸ ਕੀਤਾ ਹੈ, ਹਰ ਵਾਰ ਇਹਨਾਂ ਦੇ ਸਟੈਟਿਕ ਫੈਕਟਸ ਵੀ ਆਪਾਂ ਡਿਸਕਸ ਕੀਤੇ ਨੇ। ਤਾਂ ਹੁਣ ਇੱਕ ਇੰਪੋਰਟੈਂਟ ਗੱਲ ਹੈ ਕਿ ਇੱਕ ਬੁੱਕ ਰਿਲੀਜ਼ ਕੀਤੀ ਗਈ ਹੈ, ਫਿਊਚਰ ਆਫ ਰੀਜਨਲ ਕੋਆਪਰੇਸ਼ਨ ਇਨ ਏਸ਼ੀਆ ਐਂਡ ਦਾ ਪੈਸੀਫਿਕ। ਅਗਰ ਆਪਾਂ ਗੱਲ ਕਰਦੇ ਹਾਂ ਇਸ ਬੁੱਕ ਦੀ, ਤਾਂ ਇਸ ਬੁੱਕ ਨੂੰ ਕਿਹੜੇ ਬੈਂਕ ਦੁਆਰਾ ਰਿਲੀਜ਼ ਕੀਤਾ ਗਿਆ? ADB ਦੁਆਰਾ ਇਸ ਬੁੱਕ ਨੂੰ ਰਿਲੀਜ਼ ਕੀਤਾ ਗਿਆ। ਹੁਣ ADB ਦੀ ਹੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ADB ਏਸ਼ੀਅਨ ਡਿਵੈਲਪਮੈਂਟ ਬੈਂਕ 68 ਮੈਂਬਰ ਕੰਟਰੀਜ਼ ਨੇ, ਡਿਵਾਈਡ ਕਰ ਲੈਂਦੇ ਆਪਾਂ। ADB ਦੀ ਗੱਲ ਕਰਦੇ ਹਾਂ, 68 ਮੈਂਬਰ ਕੰਟਰੀਜ਼ ਨੇ। ADB ਦੇ ਵਿੱਚ ਮਸਤ ਸੁਗੂ ਆਸਾਕਾਵਾ ਚੇਅਰਮੈਨ ਨੇ ਔਰ ਮੈਟਰੋ ਮਨੀਲਾ ਫਿਲੀਪੀਨਸ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। ਵਰਲਡ ਬੈਂਕ ਔਰ IMF ਦੀ ਗੱਲ ਕਰਦੇ ਹਾਂ, 190 ਮੈਂਬਰ ਕੰਟਰੀਜ਼ ਨੇ। ਰਿਸੈਂਟਲੀ ਐਂਡੋਰਾ ਕੰਟਰੀ ਨੂੰ ਐਡ ਕੀਤਾ ਗਿਆ ਸੀ।
वर्ल्ड बैंक और IMF दोनों का हैडकुआटर वाशिंगटन DC ਦੇ ਵਿੱਚ। वर्ल्ड बैंक के हैड डेविड मलपास ने और IMF की गल करते हैं क्रिस्टलिना जॉर्जीवा इस दे हैड ने। NDB ब्रिक्स कंट्रीज़ का बैंक है, यानी कि 5 मैंबर कंट्रीज़ ने। ब्रिक्स के नाल हुणे आपां डिस्कस किया सी कल्चर और स्पोर्ट्स के रिलेटेड इंडिया ने एग्रीमेंट साइन किया है, ये याद रखना है। NDB की गल करते हैं, NDB का हैडकुआटर शंघाई चाइना दे विच, और NDB के हैड ने NDB के हैड रिसेंटली अपॉइंट किए गए सी मार्कोस त्रियोजो जो कि ब्राज़ील तो बिलोंग करते हैं। AIIB की गल करते हैं 103 मैंबर कंट्रीज़, बीजिंग चाइना के हैडकुआटर है, और AIIB के हैड ने जिम लिक्विन। ये सारे फैक्ट्स याद रखने ने। हुण ADB द्वारा फ्यूचर ऑफ रीजनल कॉरपोरेशन इन एशिया एंड द पैसिफिक इस बुक नूं रिलीज़ किया गया ADB द्वारा। नेक्स्ट है हु हैज़ इनॉग्रेटेड न्यूली इलेक्ट्रीफाइड दिगावाड़ा बंदीकुई सेक्शन ऑफ नॉर्थ वैसटर्न रेलवे की अगर आप गल करते हैं तो इत्थे एक इलैक्ट्रीफाइड सैक्शन लॉन्च किया गया, नवा इलैक्ट्रीफाइड सैक्शन। सो याद होगा आप डिस्कस किया कि रेलवे मिनिस्ट्री द्वारा ही अनाउंस किया गया सी कि पूरी कंट्री दे विच इलैक्ट्रीफाइड ट्रेनस करनियां ने। तो इलैक्ट्रीफाइड ट्रेनस करने के लिए जो टारगेट है वो 2023 है, तो उसके अंडर ही इलैक्ट्रीफाइड किया गया दिगावाड़ा बंदीकुई सैक्शन, जो कि अलवर डिस्ट्रिक्ट राजस्थान दे विच है। इस दे नाल ही फर्स्ट ट्रेन नूं भी फ्लैगड ऑफ किया गया, तो अपने रेलवे मिनिस्टर द्वारा किया जाएगा। तो रेलवे मिनिस्टर कौन ने? पीयूष गोयल रेलवे मिनिस्ट्री है, प्लस कॉमर्स एंड इंडस्ट्रीज़ मिनिस्ट्री देख रहे हैं। इस तो इलावा रिसेंटली इन्होंने 2 मिनिस्ट्रियां होर दित्तियां गईयां सी, फूड एंड पब्लिक डिस्ट्रीब्यूशन मिनिस्ट्री प्लस कंज्यूमर अफेयर्स मिनिस्ट्री। राज्य सभा MP ने ये महाराष्ट्र तो। इस तो इलावा बाकी ऑप्शनस दे विच अमित शाह गांधीनगर गुजरात तो लोक सभा MP और होम मिनिस्ट्री देख रहे हैं। इन्हां रिलेटेड एक न्यूज़ है, डिस्कस करांगे। प्रकाश जावड़ेकर इन्वायरमेंट फॉरेस्ट और क्लाइमेट मिनिस्ट्री, इंफॉर्मेशन ब्रॉडकास्टिंग मिनिस्ट्री प्लस हैवी इंडस्ट्रीज मिनिस्ट्री, राज्यसभा MP फ्रॉम महाराष्ट्र। इन्हां रिलेटेड भी न्यूज़ है, डिस्कस करांगे। हरदीप सिंह पुरी लवे अगर आप गल करिए तो सिविल एविएशन मिनिस्ट्री है। इस तो इलावा हाउसिंग एंड अर्बन अफेयर्स मिनिस्ट्री है, राज्यसभा MP ने है उत्तर प्रदेश तो। RK सिंह पावर न्यू एंड रीनएबल एनर्जी मिनिस्टर ने, यह आरा बिहार तो लोक सभा MP ने। सब तो पहले अमित शाह होम मिनिस्टर ने, इन्होंने इनोग्रेट किए 2 फ्लाईओवर्स नूं इनोग्रेट किया गया अहमदाबाद दे विच। बेसिकली अगर आप गल करते हैं तो लोक सभा MP ने गांधीनगर गुजरात तो गुजरात के उत्ते ही 2 हाईवेज़ बनाए जा रहे हैं, सखरेस तो गांधीनगर हाईवे जो अहमदाबाद दे विच बनाए जा रहे हैं। इन्हों इनोग्रेट किया गया होम मिनिस्टर अमित शाह द्वारा। यूनियन मिनिस्टर प्रकाश जावड़ेकर और हरदीप सिंह पुरी दोनों ने मिलकर एक बुक रिलीज़ की। अगर आप गल करिए पंजाब की तो आपने डिस्कस किया होया कि 151st नहीं आएगा, तो 551st आएगा बाय मिस्टेक, कि 550वीं बर्थ एनिवर्सरी मनाई गई थी गुरु नानक देव जी की लास्ट ईयर, जदों करतारपुर कॉरीडोर नूं इनोग्रेट किया गया सी। इस साल 551th बर्थ एनिवर्सरी है श्री गुरु नानक देव जी की 30 नवंबर नूं ऑब्जर्व की गई। इस दिन इन्हां दोनों मिनिस्टर्स द्वारा मिलकर एक बुक रिलीज़ की गई, प्राइम मिनिस्टर मोदी एंड हिज गवर्नमेंट स्पैशल रिलेशनशिप विद सिख। 3 लैंग्वेजेस के विच इस बुक नूं रिलीज़ किया गया कि प्राइम मिनिस्टर नरेंद्र मोदी और उन्होंने गवर्नमेंट का सिखा के नाल किस तरीके का रिश्ता है, इस चीज़ के उत्ते डिटेल दे विच एक बुकलैट रिलीज़ की गई है। नेक्स्ट, वट इज़ द रैंक ऑफ इंडिया इन टर्म्स ऑफ रीन्यूएबल एनर्जी प्रोडक्शन। रीन्यूएबल एनर्जी की अगर आप गल करिए वर्ल्ड वाइड इंडिया किन्नवें नंबर पर उसकी प्रोडक्शन के रीन्यूएबल एनर्जी की प्रोडक्शन के इंडिया 4th नंबर पर। ठीक है, यानी कि जिस एनर्जी नूं आपां यूज़ कर सकते हैं, बार बार यूज़ कर सकते हैं, फॉर एग्जांपल हाइड्रो इलैक्ट्रिसिटी होगी या फिर एयर एनर्जी होगी, तो यह एनर्जी है जी या सोलर एनर्जी होगी। सब तो ज़्यादा बेसिकली इस सोलर एनर्जी के उत्ते ही इंडिया टारगेट करता है। तो रीन्यूएबल एनर्जी के सैक्टर के इंडिया किन्नवें नंबर पर है, वर्ल्ड वाइड इंडिया 4th नंबर पर। और इस इंडैक्स के अगर आप गल करते हैं आइसलैंड सब तो उपर है इस इंडैक्स के। आइसलैंड की कैपिटल की अगर आप गल करिए
ਰੈਜਨੇਵਿਕ ਸਮਥਿੰਗ ਇਸ ਤਰੀਕੇ ਦੀ ਕੈਪੀਟਲ ਹੈ, ਔਰ ਕਰੰਸੀ ਇੱਥੇ ਕਰੋਨਾ ਚੱਲਦੀ। ਠੀਕ ਹੈ ਜੀ। ਨੈਕਸਟ ਹੈ, ਅਕੋਰਡਿੰਗ ਟੂ ਅ ਰਿਪੋਰਟ ਰਿਲੀਜ਼ਡ ਬਾਈ ਗਲੋਬਲ ਟੈਰਰਿਸਟ ਇੰਡੈਕਸ 2020, ਗਲੋਬਲ ਟੈਰਰਿਸਟ ਇੰਡੈਕਸ 2020, ਗਲੋਬਲ ਟੈਰਰਿਸਟ ਇੰਡੈਕਸ 2020 ਰਿਲੀਜ਼ ਕੀਤਾ ਗਿਆ। ਇਸ ਇੰਡੈਕਸ ਦੇ ਵਿੱਚ ਸਭ ਤੋਂ ਜ਼ਿਆਦਾ ਇਫੈਕਟਿਡ ਕੰਟਰੀ ਕਿਹੜੀ ਹੈ ਟੈਰਰਿਜ਼ਮ ਦੇ ਕਰਕੇ 2019 ਦੇ ਵਿੱਚ? 2019 ਦੇ ਵਿੱਚ ਸਭ ਤੋਂ ਜ਼ਿਆਦਾ ਅਫੈਕਟਡ ਕੰਟਰੀ ਕਿਹੜੀ ਹੈ? ਅਫਗਾਨਿਸਤਾਨ। ਅਫਗਾਨਿਸਤਾਨ ਕੰਟਰੀ ਸਭ ਤੋਂ ਜ਼ਿਆਦਾ ਇਫੈਕਟ ਹੋਈ ਹੈ ਟੈਰਰਿਜ਼ਮ ਕਰਕੇ। ਬੇਸਿਕਲੀ ਆਪਾਂ ਡਿਸਕਸ ਵੀ ਕੀਤਾ ਹੋਇਆ ਕਿ ਅਫਗਾਨਿਸਤਾਨ ਹੈ ਜਿਹੜੀ, ਇੱਥੇ ਟੈਰਰਿਜ਼ਮ ਕਾਫੀ ਜ਼ਿਆਦਾ ਹੈ। ਇੰਡੀਆ ਕਾਫੀ ਜ਼ਿਆਦਾ ਰੋਕਣ ਦੀ ਕੋਸ਼ਿਸ਼ ਕਰਦਾ ਟੈਰਰਿਜ਼ਮ ਨੂੰ। ਅਗਰ ਆਪਾਂ ਗੱਲ ਕਰਦੇ ਹਾਂ ਤਾਲਿਬਾਨ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੈ, ਇਸ ਤੋਂ ਇਲਾਵਾ USA ਕਾਫੀ ਜ਼ਿਆਦਾ ਇਸ ਦੇ ਵਿੱਚ ਇੰਟਰਫੇਅਰ ਕਰਦਾ ਹੈ ਕਿ ਤਾਂ ਕਿ ਟੈਰਰਿਜ਼ਮ ਨੂੰ ਕੰਟਰੋਲ ਕੀਤਾ ਜਾ ਸਕੇ ਅਫਗਾਨਿਸਤਾਨ ਦੇ ਵਿੱਚ। ਠੀਕ ਹੈ, USA ਦੁਆਰਾ ਫੋਰਸਿਸ ਵੀ ਡਿਪਲੋਏ ਕੀਤੇ ਜਾਂਦੇ ਨੇ ਅਫਗਾਨਿਸਤਾਨ ਦੇ ਵਿੱਚ, ਯਾਦ ਰੱਖਣੇ। ਇਸ ਤੋਂ ਇਲਾਵਾ ਅਫਗਾਨਿਸਤਾਨ ਦੀ ਹੀ ਗੱਲ ਕਰਦੇ ਹਾਂ, ਅਫਗਾਨਿਸਤਾਨ ਦੇ ਅਸ਼ਰਫ ਘਨੀ ਯਾਦ ਰੱਖਣੇ ਨੇ। ਠੀਕ ਹੈ ਜੀ, ਰੀਸੈਂਟਲੀ ਇੰਡੀਆ ਦੁਆਰਾ ਸੁਬਰਮਨਿਅਮ ਜੈਸ਼ੰਕਰ ਵਿਜ਼ਿਟ 'ਤੇ ਗਏ ਸੀ ਅਫਗਾਨਿਸਤਾਨ ਦੇ ਵਿੱਚ। ਇੱਥੇ 2 ਬਿਲੀਅਨ ਦੀ ਇਨਵੈਸਟਮੈਂਟ ਵੀ ਅਨਾਊਂਸ ਕੀਤੀ ਗਈ, ਜਿਸ ਦੇ ਵਿੱਚ ਇੱਕ ਇੰਪੋਰਟੈਂਟ ਡੈਮ ਅਨਾਊਂਸ ਕੀਤਾ ਗਿਆ, ਸ਼ਹਿਦੂਤ ਡੈਮ ਯਾਦ ਰੱਖਣੇ। ਇੰਡੀਆ ਡਿਵੈਲਪ ਕਰੇਗਾ ਸ਼ਹਿਦੂਤ ਡੈਮ। ਠੀਕ ਹੈ, ਐਸੇ ਦੀ ਪਾਰਲੀਮੈਂਟਰੀ ਬਿਲਡਿੰਗ ਹੈ ਜਿਹੜੀ, ਉਸਨੂੰ ਸ਼ੋਰਾ ਕਿਹਾ ਜਾਂਦਾ ਹੈ, ਔਰ ਉਸ ਨੂੰ ਵੀ ਇੰਡੀਆ ਦੁਆਰਾ ਹੀ ਡਿਵੈਲਪ ਕੀਤਾ ਗਿਆ ਸੀ, ਯਾਦ ਰੱਖਣਾ। ਇਸ ਤੋਂ ਇਲਾਵਾ ਇੰਡੀਆ ਦੀ ਅਗਰ ਆਪਾਂ ਗੱਲ ਕਰਦੇ ਹਾਂ ਇਸ ਰੈਂਕਿੰਗ ਦੇ ਵਿੱਚ, ਇੰਡੀਆ ਇਸ ਦੇ ਵਿੱਚ 8ਵੇਂ ਨੰਬਰ 'ਤੇ। ਇੰਡੀਆ ਕਿੰਨਵੇਂ ਨੰਬਰ 'ਤੇ ਹੈ? 8th ਨੰਬਰ 'ਤੇ ਹੈ, ਇਹ ਵੀ ਯਾਦ ਰੱਖਣਾ। ਠੀਕ ਹੈ ਜੀ। ਅੱਛਾ, ਇਜ਼ਰਾਈਲ ਦੇ ਬਾਰੇ ਯਾਦ ਰੱਖਣਾ, ਸਪਾਈਕ ਮਿਸਾਈਲ ਇਜ਼ਰਾਈਲ ਦੇ ਬਾਰੇ ਯਾਦ ਰੱਖਣੀ ਹੈ। LMG ਗਨਸ ਦੇ ਬਾਰੇ ਯਾਦ ਰੱਖਣਾ, ਇੰਡੀਆ ਨੇ LMG ਗਨਸ ਇਜ਼ਰਾਈਲ ਤੋਂ ਲਿੱਤੀਆਂ ਨੇ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਇਜ਼ਰਾਈਲ ਤੋਂ ਹੀ ਅਰਾਦ ਔਰ ਕੈਮਲ ਇਹ 2 ਗਨਸ ਨੇ ਜਿਹੜੀ ਕਿ ਇਜ਼ਰਾਈਲ ਬਣਾ ਰਿਹਾ ਇੰਡੀਆ ਦੇ ਵਿੱਚ, ਇੰਡੀਆ ਦੇ MP ਦੇ ਵਿੱਚ। ਠੀਕ ਹੈ ਜੀ, ਇਜ਼ਰਾਈਲ ਦੀ ਹੀ ਟੀਮ ਇੰਡੀਆ ਆਈ ਸੀ ਟੈਸਟ ਕਿੱਟ ਡਿਵੈਲਪ ਕਰਨ ਦੇ ਲਈ। ਟੈਸਟ ਕਿੱਟ ਡਿਵੈਲਪ ਕੀਤੀ ਜਾ ਰਹੀ ਹੈ COVID-19 ਟੈਸਟ ਕਿੱਟ, ਜਿਸ ਦਾ ਰਿਜ਼ਲਟ ਸਿਰਫ 30 ਸੈਕਿੰਡ ਦੇ ਵਿੱਚ ਆ ਜਾਇਆ ਕਰੇਗਾ। ਠੀਕ ਹੈ ਜੀ, ਸਾਰੇ ਫੈਕਟਸ ਯਾਦ ਰੱਖਣੇ। ਨੈਕਸਟ ਹੈ, ਅੱਛਾ ਇਜ਼ਰਾਈਲ ਦੀ ਹੀ ਗੱਲ ਕਰਦੇ ਹਾਂ ਤਾਂ ਇਜ਼ਰਾਈਲ ਪਲੱਸ UAE ਦੋਨਾਂ ਦੇ ਲੀਡਰਸ ਨੂੰ ਕੀ ਕੀਤਾ ਗਿਆ? ਨੋਬਲ ਪੀਸ ਪ੍ਰਾਈਜ਼ 2021 ਨੋਬਲ ਪੀਸ ਪ੍ਰਾਈਜ਼ 2021 ਦੇ ਲਈ ਨੋਮੀਨੇਟ ਕੀਤਾ ਗਿਆ। ਇਸ ਤੋਂ ਇਲਾਵਾ ਡੋਨਲਡ ਟਰੰਪ ਦਾ ਨਾਮ ਯਾਦ ਰੱਖਣਾ, ਇਹਨਾਂ ਨੂੰ ਵੀ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ ਗਿਆ। ਨੈਕਸਟ ਹੈ, ਵਿਚ ਯੂਨੀਵਰਸਿਟੀ ਟੌਪ ਦਾ QS ਵਰਲਡ ਯੂਨੀਵਰਸਿਟੀ ਰੈਂਕਿੰਗਸ? QS ਵਰਲਡ ਯੂਨੀਵਰਸਿਟੀ ਰੈਂਕਿੰਗਸ 2021 ਅਨਾਊਂਸ ਕੀਤੀ ਗਈ। ਇਸ ਰੈਂਕਿੰਗ ਨੂੰ ਟੌਪ ਕਿਸ ਨੇ ਕੀਤਾ ਹੈ? MIT ਮੈਸਟਰਸ ਇੰਸਟੀਚਿਊਟ ਆਫ ਟੈਕਨੋਲੋਜੀ, ਜਿਸ ਨੂੰ ਆਪਾਂ MIT ਦੇ ਨਾਮ ਨਾਲ ਜਾਣਦੇ ਹਾਂ, ਕਾਫੀ ਫੇਮਸ ਯੂਨੀਵਰਸਿਟੀ ਹੈ। MIT ਕਿੱਥੇ ਹੈ? USA ਦੇ ਵਿੱਚ ਹੈ, ਯਾਦ ਰੱਖਣੀ ਹੈ। ਤਾਂ USA ਦੀ MIT ਯੂਨੀਵਰਸਿਟੀ ਹੈ ਜਿਹੜੀ, ਇਹ ਕਿੰਨਵੇਂ ਨੰਬਰ 'ਤੇ ਹੈ? 1st ਨੰਬਰ 'ਤੇ ਹੈ। ਠੀਕ ਹੈ, ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ 2nd ਨੰਬਰ 'ਤੇ ਸਟੈਨਫੋਰਡ ਯੂਨੀਵਰਸਿਟੀ ਹੈ, ਔਰ 3rd ਨੰਬਰ 'ਤੇ ਕਿਹੜੀ ਹੈ? ਹਾਰਵਰਡ ਯੂਨੀਵਰਸਿਟੀ 3ਰੇ ਨੰਬਰ 'ਤੇ। ਹੁਣ ਅਗਰ ਇਸੇ ਰੈਂਕਿੰਗ ਨੂੰ ਆਪਾਂ ਗੱਲ ਕਰ ਲਈਏ ਏਸ਼ੀਆ ਦੀ, ਤਾਂ ਏਸ਼ੀਆ ਦੇ ਵਿੱਚੋਂ ਕਿਹੜੀ ਯੂਨੀਵਰਸਿਟੀ ਨੇ ਟੌਪ ਕੀਤਾ? ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ। ਏਸ਼ੀਆ ਦੇ ਵਿੱਚੋਂ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੁਆਰਾ ਟੌਪ ਕੀਤਾ ਗਿਆ। ਠੀਕ ਹੈ, ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ 2nd ਨੰਬਰ 'ਤੇ ਚਾਈਨਾ ਦੀ ਯੂਨੀਵਰਸਿਟੀ ਰਹੀ ਹੈ। ਇੰਡੀਆ ਦੀ ਅਗਰ ਆਪਾਂ ਗੱਲ ਕਰਦੇ ਹਾਂ, ਅਗਰ ਇੰਡੀਆ ਦੀ ਆਪਾਂ ਗੱਲ ਕਰੀਏ ਤਾਂ ਗਲੋਬਲੀ IIT ਬੰਬੇ ਦੁਆਰਾ ਟੌਪ ਕੀਤਾ ਗਿਆ। ਇੰਡੀਆ ਵੱਲੋਂ IIT ਬੰਬੇ ਦੁਆਰਾ ਟੌਪ ਕੀਤਾ ਗਿਆ, ਔਰ ਗਲੋਬਲੀ ਇਸ ਦਾ ਰੈਂਕ ਸੀਗਾ 172। ਗਲੋਬਲੀ IIT ਬੰਬੇ 172 ਰੈਂਕ 'ਤੇ ਰਿਹਾ। ਇਸੇ ਤਰੀਕੇ ਨਾਲ IIT ਦਿੱਲੀ 3rd ਨੰਬਰ 'ਤੇ ਸੀਗਾ IIT ਦਿੱਲੀ, ਔਰ IIT ਦਿੱਲੀ ਦਾ ਰੈਂਕ ਸੀਗਾ 193। 2nd ਨੰਬਰ 'ਤੇ IISc ਬੈਂਗਲੌਰ ਸੀ, IISc ਬੈਂਗਲੁਰੂ, ਜੋ ਕਿ 185th ਨੰਬਰ 'ਤੇ ਸੀ, 185th ਨੰਬਰ 'ਤੇ ਸੀ ਗਲੋਬਲੀ। ਠੀਕ ਹੈ ਜੀ, ਇੰਡੀਆ ਵੱਲੋਂ IIT ਬੰਬੇ ਦੁਆਰਾ ਟੌਪ ਕੀਤਾ ਗਿਆ, ਇਹ ਯਾਦ ਰੱਖਣਾ ਹੈ। ਠੀਕ ਹੈ ਜੀ, ਜਿਸ ਤਰੀਕੇ ਨਾਲ ਅਗਰ NDRF ਰੈਂਕਿੰਗ ਦੇ ਆਪਾਂ ਗੱਲ ਕਰਦੇ ਹਾਂ ਤਾਂ IIT ਮਦਰਾਸ ਨੇ ਟੌਪ ਕੀਤਾ ਸੀ। ਇਸ ਤਰੀਕੇ ਨਾਲ ਇਹ ਸਾਰੇ ਰੈਂਕਿੰਗਸ ਨੇ ਜਿਹੜੀਆਂ ਇਹ ਕਿਤੇ ਨਾ ਕਿਤੇ ਇੰਪੋਰਟੈਂਟ ਬਣਦੀਆਂ ਨੇ। IIT ਬੰਬੇ ਦੀ ਗੱਲ ਕਰਦੇ ਹਾਂ, ਆਈਸ ਸਿੰਕ ਨਾਮ ਦਾ ਡਿਜੀਟਲ ਸਟੈਥੋਸਕੋਪ ਡਿਵੈਲਪ ਕੀਤਾ ਗਿਆ ਸੀ IIT ਬੰਬੇ ਦੁਆਰਾ। IIT ਦਿੱਲੀ ਦੁਆਰਾ ਕੋਰੋਸੋਰ ਕਿਟ ਯਾਦ ਰੱਖਣੀ ਹੈ, ਇੰਪੋਰਟੈਂਟ ਬਣੇਗੀ। ਕੋਰੋਸੋਰ ਬਣਾਈ ਗਈ ਸੀ IIT ਦਿੱਲੀ ਦੁਆਰਾ। ਨੈਕਸਟ ਹੈ, which country has become the biggest FDI source for India during first half of financial year 2020-21?
2020-21 ਦੇ ਫਰਸਟ ਹਾਫ ਦੀ ਗੱਲ ਕਰਦੇ ਹਾਂ, ਫਾਈਨੈਂਸ਼ੀਅਲ ਈਅਰ ਦੇ ਫਰਸਟ ਹਾਫ ਦੀ ਅਗਰ ਆਪਾਂ ਗੱਲ ਕਰੀਏ ਤਾਂ ਐਫਡੀਆਈ ਕੀ ਹੁੰਦੀ ਹੈ? ਫੋਰਨ ਡਾਇਰੈਕਟ ਇਨਵੈਸਟਮੈਂਟ। ਕਿ ਅਗਰ ਫੋਰਨ ਕੰਟਰੀਜ਼ ਦੇ ਵਿੱਚੋਂ ਇਨਵੈਸਟਮੈਂਟ ਕੀਤੀ ਜਾਂਦੀ ਹੈ ਇੰਡੀਆ ਦੇ ਵਿੱਚ, ਠੀਕ ਹੈ, ਇੰਡੀਆ ਦੇ ਵਿੱਚ ਕਿਸੇ ਵੀ ਤਰੀਕੇ ਦੀ ਇਨਵੈਸਟਮੈਂਟ ਕੀਤੀ ਜਾਂਦੀ ਹੈ, ਉਸਨੂੰ ਫੋਰਨ ਡਾਇਰੈਕਟ ਇਨਵੈਸਟਮੈਂਟ ਕਿਹਾ ਜਾਂਦਾ ਹੈ। ਤਾਂ ਐਫਡੀਆਈ ਹੈ ਜਿਹੜੀ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਕਿਸਨੇ ਕੀਤੀ ਹੈ? ਸਿੰਗਾਪੁਰ ਨੇ, ਠੀਕ ਹੈ। ਅਗਰ ਫਾਈਨੈਂਸ਼ੀਅਲ ਈਅਰ 2020-21 ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਫੋਰਨ ਡਾਇਰੈਕਟ ਇਨਵੈਸਟਮੈਂਟ ਐਫਡੀਆਈ ਇੰਡੀਆ ਦੇ ਵਿੱਚ ਕਿਹੜੀ ਕੰਟਰੀ ਤੋਂ ਰਿਸੀਵ ਹੋਈ ਹੈ? ਸਿੰਗਾਪੁਰ ਤੋਂ। ਸੈਕਿੰਡ ਨੰਬਰ 'ਤੇ ਇਸ ਦੇ ਵਿੱਚ USA ਰਹੇ, ਠੀਕ ਹੈ ਜੀ, ਇਹ ਯਾਦ ਰੱਖਣਾ। ਇਸ ਤੋਂ ਇਲਾਵਾ ਇੰਡੋਨੇਸ਼ੀਆ ਔਰ ਚਾਈਨਾ ਰਿਲੇਟਡ ਨਿਊਜ਼ ਨੇ ਡਿਸਕਸ ਕਰਾਂਗੇ। ਵੀਅਤਨਾਮ ਦੀ ਗੱਲ ਕਰਦੇ ਹਾਂ, ਵੀਅਤਨਾਮ ਕੈਪੀਟਲ ਹਨੋਈ ਹੈ, ਕਰੰਸੀ ਡੋਂਗ ਚੱਲਦੀ ਹੈ। ਸਿੰਗਾਪੁਰ ਕੈਪੀਟਲ ਸਿੰਗਾਪੁਰ ਸਿਟੀ ਵੀ ਹੈ, ਇਸ ਤੋਂ ਇਲਾਵਾ ਬਰਨ ਵੀ ਹੈ, ਠੀਕ ਹੈ, ਯਾਦ ਰੱਖਣੀ ਹੈ। ਅੱਛਾ, ਵੀਅਤਨਾਮ ਦੀ ਗੱਲ ਕਰਦੇ ਹਾਂ, ਵੀਅਤਨਾਮ ਦੇ ਵਿੱਚ 36th ਏਸ਼ੀਅਨ ਸਮਿਟ ਔਰਗੇਨਾਈਜ਼ ਕੀਤਾ ਗਿਆ। ਇਸ ਤੋਂ ਇਲਾਵਾ RCEP ਦਾ ਸਮਿਟ ਵੀ ਔਰਗੇਨਾਈਜ਼ ਕੀਤਾ ਗਿਆ ਔਰ ਈਸਟ ਏਸ਼ੀਆ ਸਮਿਟ ਵੀ ਔਰਗੇਨਾਈਜ਼ ਕੀਤਾ ਗਿਆ, ਇਹ ਯਾਦ ਰੱਖਣਾ, ਠੀਕ ਹੈ ਜੀ। ਹਮੇਸ਼ਾ ਇਹ ਤਿੰਨੋਂ ਸਮਿਟਸ ਇੱਕ ਹੀ ਵੈਨਿਊ ਦੇ ਵਿੱਚ ਔਰਗੇਨਾਈਜ਼ ਕੀਤੇ ਜਾਂਦੇ ਨੇ। ਤਾਂ ਯਾਦ ਰੱਖਣਾ ਕਿੱਥੇ ਔਰਗੇਨਾਈਜ਼ ਕੀਤਾ ਗਿਆ? ਏਸ਼ੀਆਨ ਦਾ ਸਮਿਟ ਵੀਅਤਨਾਮ ਦੇ ਵਿੱਚ, ਠੀਕ ਹੈ। ਇੰਡੀਆ ਏਸ਼ੀਆਨ ਦਾ ਮੈਂਬਰ ਨਹੀਂ ਹੈ, ਇਹ ਯਾਦ ਰੱਖਣਾ, ਇੰਡੀਆ ਏਸ਼ੀਆਨ ਦਾ ਮੈਂਬਰ ਨਹੀਂ ਹੈ, ਠੀਕ ਹੈ ਜੀ। ਏਸ਼ੀਆਨ ਦੇ ਵਿੱਚ 10 ਮੈਂਬਰ ਕੰਟਰੀਜ਼ ਨੇ, ਇੰਡੀਆ ਓਬਜ਼ਰਵਰ ਮੈਂਬਰ ਹੈ। ਇਸ ਤੋਂ ਇਲਾਵਾ ਇੰਡੋਨੇਸ਼ੀਆ ਦੀ ਗੱਲ ਕਰਦੇ ਹਾਂ ਤਾਂ ਇੰਡੋਨੇਸ਼ੀਆ ਦੇ ਵਿੱਚ ਇੱਕ ਮਾਊਂਟੇਨ ਹੈ, ਇੱਕ ਵੋਲਕੈਨੋ ਹੈ, ਇਲੀ ਲੈਵੋਟੋਲੋਕ। ਰੀਸੈਂਟਲੀ ਇਹ ਅਰਪਟਡ ਆਊਟ ਹੋਇਆ। ਕੁਐਸਚਨ ਪੁੱਛਿਆ ਜਾ ਸਕਦਾ ਹੈ ਸਟੈਟਿਕ ਫਾਰਮ ਦੇ ਵਿੱਚ ਜਿਓਗ੍ਰਾਫੀ ਦੇ ਵਿੱਚ ਕਿ ਮਾਊਂਟ ਇਲੀ ਲੈਵੋਟੋਲੋਕ ਕਿਹੜੀ ਕੰਟਰੀ ਦੇ ਵਿੱਚ ਹੈ? ਇਹ ਵੋਲਕੈਨੋ ਕਿਹੜੀ ਕੰਟਰੀ ਦੇ ਵਿੱਚ ਹੈ? ਤਾਂ ਇੰਡੋਨੇਸ਼ੀਆ ਦੇ ਵਿੱਚ ਹੈ, ਠੀਕ ਹੈ ਜੀ। ਬੇਸਿਕਲੀ ਜ਼ਿਆਦਾ ਹਾਈਲਾਈਟ ਇਸ ਕਰਕੇ ਹੋਇਆ ਕਿਉਂਕਿ ਜਿਹੜੇ ਇਸਦਾ ਲਾਵਾ ਸੀ ਇਰਪਟ ਹੋਇਆ ਉਹ ਕਾਫੀ ਜ਼ਿਆਦਾ ਉਚਾਈ 'ਤੇ ਗਿਆ ਸੀ, ਠੀਕ ਹੈ, ਇਸ ਕਰਕੇ ਜ਼ਿਆਦਾ ਹਾਈਲਾਈਟਡ ਰਿਹਾ ਸੀ, ਯਾਦ ਰੱਖਾਂਗੇ। ਨੈਕਸਟ ਹੈ ਚਾਈਨਾ ਰਿਲੇਟਡ ਦੋ ਇੰਪੋਰਟੈਂਟ ਨਿਊਜ਼ ਨੇ ਕਿ ਚਾਈਨਾ ਨੇ ਪ੍ਰਪੋਜ਼ ਕੀਤਾ ਇੱਕ ਹਾਈਡਰੋ ਪਾਵਰ ਪ੍ਰੋਜੈਕਟ ਬ੍ਰਹਮਪੁੱਤਰਾ ਰਿਵਰ ਤਿੱਬਤ ਦੇ ਉੱਤੇ। ਬੇਸਿਕਲੀ ਅਗਰ ਆਪਾਂ ਗੱਲ ਕਰਦੇ ਹਾਂ ਜਿਹੜੀ ਬ੍ਰਹਮਪੁੱਤਰਾ ਰਿਵਰ ਹੈ, ਠੀਕ ਹੈ, ਬ੍ਰਹਮਪੁੱਤਰਾ ਰਿਵਰ ਦਾ ਜਿਹੜਾ ਓਰੀਜਨ ਹੈ ਉਹ ਤਿੱਬਤ ਤੋਂ ਹੈ। ਤਾਂ ਤਿੱਬਤ ਤੋਂ ਓਰੀਜਨੇਟ ਕਰਕੇ ਬ੍ਰਹਮਪੁੱਤਰਾ ਰਿਵਰ ਇੰਡੀਆ ਦੇ ਵਿੱਚ ਆਉਂਦੀ ਹੈ। ਇੰਡੀਆ ਦੀ 2 ਸਟੇਟਸ ਅਰੁਣਾਚਲ ਪ੍ਰਦੇਸ਼ ਔਰ ਅਸਮ ਦੇ ਵਿੱਚ ਇਹ ਫਲੋ ਕਰਦੀ ਹੈ, ਠੀਕ ਹੈ। ਔਰ ਬ੍ਰਹਮਪੁੱਤਰਾ ਰਿਵਰ ਇੱਕ ਐਸੀ ਰਿਵਰ ਹੈ ਜੋ ਕਾਫੀ ਜ਼ਿਆਦਾ ਫਲੱਡਡ ਰਹਿੰਦੀ ਹੈ, ਠੀਕ ਹੈ। ਅਸਮ ਦੇ ਵਿੱਚ ਕਾਫੀ ਜ਼ਿਆਦਾ ਫਲੱਡ ਆਉਂਦੇ ਨੇ ਡਿਊ ਟੂ ਬ੍ਰਹਮਪੁੱਤਰਾ ਰਿਵਰ, ਠੀਕ ਹੈ। ਰੀਸੈਂਟਲੀ ਵੀ ਆਪਾਂ ਡਿਸਕਸ ਕੀਤਾ ਸੀ ਬ੍ਰਹਮਪੁੱਤਰਾ ਰਿਵਰ ਕਰਕੇ ਅਸਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਨੂੰ ਕਾਫੀ ਜ਼ਿਆਦਾ ਇਫੈਕਟ ਹੋਇਆ ਸੀ। ਤਾਂ ਹੁਣ ਚਾਈਨਾ ਕੀ ਕਰਦਾ? ਚਾਈਨਾ ਨੇ ਤਿੱਬਤ ਰੀਜਨ ਹੈ ਜਿਹੜਾ ਉੱਥੇ ਲਗਾਏ ਹੋਏ ਨੇ ਡੈਮਸ, ਠੀਕ ਹੈ। ਬ੍ਰਹਮਪੁੱਤਰਾ ਰਿਵਰ ਦੇ ਉੱਤੇ ਹੀ ਚਾਈਨਾ ਪਹਿਲੇ ਵੀ 4 ਡੈਮਸ ਲਗਾ ਚੁੱਕਿਆ ਹੈ ਔਰ ਹੁਣ ਚਾਈਨਾ ਨੇ ਇੱਕ 5ਵਾਂ ਡੈਮ ਅਨਾਊਂਸ ਕੀਤਾ ਹੈ ਤਿੱਬਤ ਦੇ ਵਿੱਚ ਬ੍ਰਹਮਪੁੱਤਰਾ ਰਿਵਰ ਦੇ ਉੱਤੇ, ਠੀਕ ਹੈ ਜੀ। ਇਸ ਤੋਂ ਇਲਾਵਾ ਚਾਈਨਾ ਦੀ ਹੀ ਗੱਲ ਕਰਦੇ ਹਾਂ। ਚਾਈਨਾ ਨੇ ਆਪਣਾ ਪਹਿਲਾ ਡੋਮੈਸਟਿਕਲੀ ਮੇਡ ਨਿਊਕਲੀਅਰ ਰਿਐਕਟਰ ਬਣਾਇਆ, ਯਾਨੀ ਕਿ ਇਕਲੌਤਾ ਨਿਊਕਲੀਅਰ ਰਿਐਕਟਰ ਬਣਾਇਆ ਖੁਦ ਦੀ ਹੈਲਪ ਦੇ ਨਾਲ। ਬਾਕੀ ਜਿਹੜੇ ਰਿਐਕਟਰਸ ਨੇ ਇਹ ਚਾਈਨਾ ਨੇ ਕਿਸੇ ਹੋਰ ਕੰਟਰੀਜ਼ ਦੀ ਹੈਲਪ ਦੇ ਨਾਲ ਬਣਾਏ ਹੋਏ ਨੇ। ਤਾਂ ਚਾਈਨਾ ਦੀ ਅਗਰ ਆਪਾਂ ਗੱਲ ਕरें ਫੂਜੀਅਨ ਪ੍ਰੋਵਿੰਸ ਦੇ ਵਿੱਚ ਫੂਜੀਅਨ ਪ੍ਰੋਵਿੰਸ ਦੇ ਵਿੱਚ ਚਾਈਨਾ ਦੁਆਰਾ ਨਿਊਕਲੀਅਰ ਰਿਐਕਟਰ ਬਣਾਇਆ ਗਿਆ। ਇਸ ਤੋਂ ਇਲਾਵਾ ਚਾਈਨਾ ਰਿਲੇਟਡ ਹੀ ਆਪਾਂ ਨੇ ਡਿਸਕਸ ਕੀਤਾ ਸੀ ਕਿ ਭੂਟਾਨ ਦੀ ਟੈਰੀਟਰੀ ਨੂੰ ਕੈਪਚਰ ਕੀਤਾ ਹੋਇਆ ਪਗਾਂਡਾ ਵਿਲੇਜ ਬਣਾਇਆ। ਚਾਈਨਾ ਨੇ ਪਗਾਂਡਾ ਵਿਲੇਜ ਬਣਾਇਆ ਭੂਟਾਨ ਦੀ ਟੈਰੀਟਰੀ ਨੂੰ ਕੈਪਚਰ ਕਰਕੇ। ਚਾਈਨਾ ਕੋਲ ਹੁਣ ਟੋਟਲ 48 ਨਿਊਕਲੀਅਰ ਪਲਾਂਟਸ ਨੇ ਜੋ ਕਿ ਵਰਲਡ ਦਾ ਤੀਸਰਾ ਲਾਰਜੈਸਟ, ਜੋ ਇਹ ਇੰਪੋਰਟੈਂਟ ਬਣੇਗਾ ਕਿ ਚਾਈਨਾ ਵਰਲਡ ਦਾ ਤੀਸਰਾ ਲਾਰਜੈਸਟ ਨਿਊਕਲੀਅਰ ਪਾਵਰ ਹੈ, ठीक है, आफ्टर USA और फ्रांस। सब तो ज़्यादा न्यूक्लियर प्लांट्स USA कोल ने, सैकेंड नंबर पे फ्रांस और थर्ड नंबर पे चाइना है। नेक्स्ट है विच स्टेट चीफ मिनिस्टर हैज़ इनॉग्रेटेड सूर्याधार लेक एट दोलावला। दोलावला बेसिकली अगर किसी ने दोलावला पता है, दोलावला कितने है? देहरादून के नेड़े है। दोलावला देहरादून के नज़दीक है। उत्थे एक सूर्याधार लेक नूं इनॉग्रेट किया है, यानी कि उत्तराखंड दे विच। चीफ मिनिस्टर त्रिवेंद्र सिंह रावत द्वारा, त्रिवेंद्र सिंह रावत बेबी रानी मौर्य गवर्नर ने, तो चीफ मिनिस्टर त्रिवेंद्र सिंह रावत द्वारा सूर्याधार लेक नूं इनॉग्रेट किया गया, ठीक है जी। अच्छा, अगर आप गल करते हैं रिसेंटली जानकी सेतु ब्रिज भी उत्तराखंड दे विच ही इनॉग्रेट किया गया सी। अगर आप गल करते हैं इस तो इलावा सौंग डैम की गल अगर की जाए तो वह भी देहरादून दे विच याद रखनियां ने, ठीक है। जानकी सेतु ब्रिज भी उत्तराखंड दे विच ही इनॉग्रेट किया गया सी। इस तो इलावा स्नो लियोपार्ड कंजरवेशन सेंटर उत्तराखंड दे विच याद रखना। अच्छा,
बाकी स्टेट्स की अगर आप गल करिए तो इन्होंने रिलेटेड कुछ न्यूज़ ने डिस्कस करांगे। असम रिलेटेड न्यूज़ है वो आप इत्थे ही डिस्कस कर लेंगे क्योंकि वो पहले डिस्कस की हुई है। असम की एक स्कीम है अरुणोदय ये स्कीम आप डिस्कस की सी कि इस स्कीम नू लॉन्च किया जाएगा। उस टाइम इसनू अनाउंस किया गया सी, हुण इस स्कीम नू फाइनली लॉन्च कर दिता गया। अरुणोदय स्कीम कित्थे लॉन्च की गई है बेसिकली अगर आप इस हल्की डिटेल की गल करते हैं तो इस अमाउंट है जी डायरैक्ट बैंक ट्रांसफर अमाउंट है ये कि इस 830 रुपये तकरीबन वूमेंस को प्रोवाइड किए जाएंगे। ठीक है जी, अपने लिए डिटेल इंपोर्टेंट नहीं बनेगी, डायरैक्ट याद रखांगे अरुणोदय स्कीम कित्थे दी है। इस तो इलावा अगर होर स्कीम्स की गल करते हैं असम की तो डिस्कस कर लेने धनवंतरी स्कीम, अपोघर स्कीम, अरुंधति स्कीम, इस तो इलावा अभिनंदन स्कीम, इस तो इलावा रिसेंटली उत्तरन स्कीम लॉन्च की गई सी, संयम स्कीम भी इत्थे ही लॉन्च की गई सी। इस तो इलावा अगर आप गल करिए एक मल्टी मॉडल न्यूज़ की गल करते तो मल्टी मॉडल लॉजिस्टिक पार्क रिसेंटली नैशनल पार्क की गल करते हैं देहिंग पथकल नैशनल पार्क नवा नैशनल पार्क बनाया गया। इस तो इलावा रिसेंटली आप डिस्कस किया सी काओ हॉस्पिटल, फर्स्ट काओ हॉस्पिटल असम के डिब्रूगढ़ दे विच। इस तो इलावा अगर आप गल करते हैं रोपवे, रिसेंटली अपने रोपवे डिस्कस किया सी असम की ब्रह्मपुत्रा रिवर के उत्ते ही रोपवे लगाया गया। असम के रिसेंटली चीफ मिनिस्टर की गल की सी तरुण गंगोई लॉन्गेस्ट सर्विंग चीफ मिनिस्टर से उन्होंने रिसेंटली डैथ हुई सी 2001 तो 15 तक इन्होंने सर्व किया सी। रंजन गंगोई जो कि चीफ जस्टिस रह चुके हैं इंडिया के 46 चीफ जस्टिस, इन्हों के फादर से। ठीक है जी, ये सारे फैक्ट्स असम रिलेटेड याद रखने ने। बाकी स्टेट की न्यूज़ डिस्कस कर लेने। सब तो पहले कर्नाटका, दो इंपोर्टेंट न्यूज़ ने कि कर्नाटका द्वारा लर्निंग मैनेजमेंट सिस्टम चीफ मिनिस्टर BS येदुरप्पा द्वारा लर्निंग मैनेजमेंट सिस्टम LMS लॉन्च किया गया है डिजिटल टैक्नोलॉजी प्रोवाइड करवाने के लिए गौरमेंट कॉलेजिज़ डिजिटल टैक्नोलॉजी के नाल लर्निंग करवाने के लिए लॉन्च किया गया LMS लर्निंग मैनेजमेंट सिस्टम कित्थे कर्नाटका दे विच। दूसरी स्पीसीज़ की गल करते एक स्पीसीज़ फाउंड की गई है फ्रॉग की। क्वेश्चन पूछा जा सकता है कि जी सेफरोथिका बेंगलुरु स्पीसीज़ है ये किस चीज़ की है, ये किस दी है, फ्रॉग दी है। पूछा जा सकता है जिवें फिश की स्पीसीज़ है या फ्रॉग है या क्रैप है या की है, तो यह फ्रॉग की स्पीसीज़ है जो कि कर्नाटका दे विच पाई गई है। इंपोर्टेंट बनी है क्योंकि इसका नाम बेंगलुरु सिटी के उत्ते रखा गया। स्फेरोथिका बेंगलुरु नाम कितने रखा गया, बेंगलुरु सिटी के नाम से फ्रॉग की स्पीसीज़ का। ठीक है जी, याद रखना। अच्छा, स्पीसीज़ तो ही अपने अगर याद आता तो आप डिस्कस किया सी महाराष्ट्र के जो चीफ मिनिस्टर ने उद्धव ठाकरे उन्होंने सन तेजस ठाकरे द्वारा एक फिश की स्पीसीज़ लभी गई सी। ठीक है, याद रखनी है। वैस्ट बंगाल की अगर आप गल करते हैं आर्ट गैलरी बनाई जा रही है ट्रैम के उत्ते। ट्रैम आप डिस्कस किया सी ट्रैम एक ट्रेन के टाइप की होंगी है। ठीक है, एक आर्ट गैलरी कोलकाता वेस्ट बंगाल के विच बनाई जा रही है। ठीक है जी। अच्छा, कोलकाता के विच ही टायर पार्क, पहला टायर पार्क भी बनाया जा रहा है, वह भी याद रखना। नैक्सट है तमिलनाडु के विच बेसिकली 4 दिसंबर की अगर आप गल करते हैं एक मीटिंग कह सकते हैं कि मीटिंग ऑर्गेनाइज की जानी है 4th एडिशन ऑफ यूनाइटेड इकनॉमिक फोरम वर्ल्ड समिट। 4th यूनाइटेड इकनॉमिक फोरम वर्ल्ड समिट ऑर्गेनाइज किया जाएगा जिसकी थीम रहेगी इमेजिन इंपैक्ट इंस्पायर। न्यूज़ के विच आइए इसनू इनोग्रेट किया जाएगा तमिलनाडु के चीफ मिनिस्टर E.K. पलानास्वामी द्वारा। इस तो इलावा एक और इंपोर्टेंट न्यूज़ है कि वन नेशन वन राशन कार्ड स्कीम है जी, इस स्कीम के अंडर अंडेमान निकोबार नूं भी ऐड किया गया। ठीक है, हुण इसनूं मिला के टोटल 28 स्टेट्स और यूटीज़ ने जिहड़ी कि हुण तक ऐड कर दित्तियां गईयां ने। ठीक है जी, और टारगेट है कि पूरी कंट्री नूं इस दे विच ऐड करना है मार्च 2021 तक। अगस्त 2018 दे विच इस स्कीम नूं शुरू किया गया सी, यह भी याद रखना है। ठीक है जी, आज दे लिए बस इन्ना ही। आई होप सानू सैशन पसंद आया होगा। सैशन नू लाइक और शेयर जरूर करते रहो काइंडली अपने फ्रेंड्स के नाल। थैंक यू फॉर वॉचिंग द सैशन। गुड बाय।